ਸਿਮਰੋ ਅੰਗਦ ਦੋਖ ਨੀਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸਿਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲ। ਤਰੋਂ ਤਰਾ ਧਰ ਪੁਨ ਪੁਨ ਸੀਸ ਜੀ, ਪੁਨ ਪੁਨ ਸੀਸ। ਵੰਦੋਂ ਵਾਰ ਵਾਰ ਜਗਦੀਸ਼। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ, ਮਾਨਸ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਜਯੋ ਕਯੋ ਰਛਿਆ ਕਰੈ ਤੁਮਾਰੀ, ਸਿਵ ਉਚਰੀ ਸੋ ਹਮ ਉਰ ਧਾਰੀ। ਇਮ ਉਪਾਏ ਸੁਨ ਦਿਜ ਸਮੁਦਾਏ, ਤਨੈ ਤਨੈ ਕੈ ਸੀਸ ਨਿਵਾਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਕੀ ਪਾਵਨ ਹਜ਼ੂਰੀ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ, ਗੁਰੂ ਪਿਆਰੇ ਸਤ ਸੰਗੀ ਜਨੋ, ਆਓ ਮਹਾਰਾਜ ਜੀ ਕੀ ਬਖਸ਼ਿਸ਼ ਸਦਕਾ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਵਿਚਾਰ। ਮਹਾਰਾਜ ਜੀ ਕਿੰਨਾ ਪਵਿੱਤਰ ਅਸਥਾਨਾਂ ਤੇ ਆਪ ਸੰਗਤਾਂ ਪਿਆਰ ਅਦਬ ਭਾਵਨਾ ਸਹਿਤ ਰੋਜ਼ਾਨਾ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਹਿਤ ਥੋੜ੍ਹਾ ਜਿਹਾ ਸਮਾਂ ਮਹਾਰਾਜ ਕੇ ਜੀਵਨ ਬਿਰਤਾਂਤਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ, ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੀਆਂ ਦੀਵਾਨਾਂ ਅੰਦਰ ਜੋ ਇਤਿਹਾਸ ਆਪ ਸੰਗਤ ਨੇ ਸਰਵਣ ਕੀਤਾ, ਕਸ਼ਮੀਰ ਤੋਂ ਚੱਲ ਕਰਕੇ ਦੁਖੀ ਵਿਪਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਹਾਜ਼ੂਰੀ ਅੰਦਰ ਪਹੁੰਚੇ ਸਨ। ਜੋ ਸਮੇਂ ਦੇ ਹੁਕਮਰਾਨਾਂ ਵੱਲੋਂ ਜ਼ਬਰਦਸਤੀ ਉਹਨਾਂ ਦਾ ਧਰਮ ਤਬਦੀਲ ਕਰਵਾਇਆ ਜਾ ਰਿਹਾ ਹੈ, ਮਹਾਰਾਜ ਜੀ ਕੇ ਚਰਨਾਂ ਅੰਦਰ ਬੇਨਤੀ ਕਰਦੇ ਹਨ ਕਿ ਇਸ ਕਲਯੁਗ ਦੇ ਸਮੇਂ ਅੰਦਰ ਜੇਕਰ ਕੋਈ ਸਾਡਾ ਧਰਮ ਬਚਾ ਸਕਦਾ ਹੈ ਤੇ ਉਹ ਆਪ ਹੋ। ਕਿਰਪਾ ਕਰਕੇ ਸਾਡੀ ਬਾਂਹ ਪਕੜੋ, ਸਾਡੇ ਧਰਮ ਦੀ ਰੱਖਿਆ ਕਰੋ। ਸੋ ਸਤਿਗੁਰੂ ਜੀ ਤਰਸ ਦੇ ਘਰ ਅੰਦਰ ਆਏ। ਉਹਨਾਂ ਨੂੰ ਮਹਾਰਾਜ ਨੇ ਆਪਣੀ ਮੁਬਾਰਕ ਰਸਨਾ ਤੋਂ ਜੋ ਬਖਸ਼ਿਸ਼ ਕੀਤੀ, ਗੁਰਦੇਵ ਨੇ ਕਿਹਾ ਵੀ ਸਾਰੇ ਦੇਸ਼ ਦੇ ਜਿਤਨੇ ਵੀ ਆਪ ਮੁਖੀ ਦਿਜਵਰ ਹੋ, ਸਨਾਤਨੀ ਮਤ ਦੇ ਜਿਤਨੇ ਮੁਖੀ ਪੈਰੋਕਾਰ ਹੋ, ਸਭ ਇਕੱਤਰ ਹੋਵੋ ਤੇ ਜਾਓ ਆਪ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਤੇ ਉਸ ਨੂੰ ਕਹਿ ਦੇਵੋ ਵੀ ਸਾਡਾ ਜਿਹੜਾ ਮੁਖੀ ਜਜ਼ਮਾਨ ਹੈ
ਸਾਡੇ ਜਿਹੜੇ ਵੱਡੇ ਪੁਰਖ ਹਨ ਉਹ ਛਤਰੀ ਗੁਰੂ ਤੇਗ ਬਹਾਦਰ ਮਹਾਰਾਜ ਹਨ। ਜੇਕਰ ਆਪ ਜੀ ਉਹਨਾਂ ਨੂੰ ਧਰਮ ਤਬਦੀਲ ਕਰਵਾ ਲੈਂਦੇ ਹੋ, ਉਹਨਾਂ ਨੂੰ ਆਪਣੇ ਧਰਮ ਵਿੱਚ ਲੈ ਆਉਂਦੇ ਹੋ, ਤੇ ਪਿੱਛੇ ਸਾਰੀ ਜਮਾਤ ਜਿਤਨੇ ਵੀ ਅਸੀਂ ਹਾਂ ਦਿਜਵਰ ਸਨਾਤਨੀ ਮਤ ਨੂੰ ਜਿਹੜੇ ਧਾਰਨ ਕਰਦੇ ਹਾਂ, ਸਭ ਅਸੀਂ ਆਪਣਾ ਧਰਮ ਆਪੇ ਹੀ ਤਬਦੀਲ ਕਰ ਦੇਵਾਂਗੇ, ਕਿਉਂਕਿ ਅਸੀਂ ਉਹਨਾਂ ਦੇ ਕਹੇ ਸਭ ਕੁਝ ਕਰਦੇ ਹਾਂ, ਉਹਨਾਂ ਦੀ ਸਿੱਖਿਆ ਤੇ ਚੱਲਦੇ ਹਾਂ। ਸੋ ਇਸ ਵਿਧ ਮਹਾਰਾਜ ਜੀਆਂ ਨੇ ਇਹਨਾਂ ਨੂੰ ਰਸਤਾ ਵਿਖਾਇਆ, ਤੇ ਹੁਣ ਜਿਵੇਂ ਇਹ ਸਾਰੇ ਇਕੱਤਰ ਹੋ ਕਰਕੇ ਦਿੱਲੀ ਵੱਲ ਨੂੰ ਜਾ ਰਹੇ ਨੇ, ਉਹ ਅਗਲੀ ਵਿਥਿਆ ਭਾਈ ਸਾਹਿਬ ਜੀ ਹੋਰਾਂ ਨੇ ਲਿਖਣ ਦਾ ਯਤਨ ਕੀਤਾ ਹੈ। ਆਪਾਂ ਅਗਲੇ ਬਚਨ ਵਿਚਾਰਾਂਗੇ। ਪ੍ਰਾਰੰਭਤਾ ਕਰਦੇ ਹਨ ਵੀ ਜਿਸ ਵਿਧ ਸਤਿਗੁਰੂ ਜੀਆਂ ਨੇ ਇਹਨਾਂ ਨੂੰ ਉਪਾਅ ਦਿੱਤਾ, ਇਮ ਉਪਾਏ ਸੁਨ ਦਿਜ ਸਮੁਦਾਏ। ਸਭ ਨੇ ਮਹਾਰਾਜ ਜੀ ਕੇ ਮੁਖ ਤੋਂ ਇਹ ਬਚਨ ਸੁਣੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰ ਰਹੇ ਸਨ। ਫਿਰ ਸੁਣ ਕਰਕੇ ਇਹਨਾਂ ਦੇ ਅੰਦਰ ਨੂੰ ਤਰਵਾਸ ਮਿਲਿਆ, ਥੋੜਾ ਪ੍ਰਸੰਨ ਹੋਏ, ਤੇ ਆਪਣੇ ਮੁਖ ਤੋਂ ਵਾਰ-ਵਾਰ ਕਹਿ ਰਹੇ ਸਨ ਵੀ ਧੰਨਤਾ ਦੇ ਯੋਗ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ 9ਵੇਂ ਅਵਤਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਬਖਸ਼ਿਸ਼ ਦੇ ਮਾਲਕ ਹਨ, ਕਿਰਪਾ ਦੇ ਦਾਤੇ ਹਨ, ਜਿਨ੍ਹਾਂ ਨੇ ਸਾਨੂੰ ਇਹ ਟੇਕ ਬਖਸ਼ੀ ਹੈ ਜੀ। ਕਹੀ ਗੁਰੂ ਸਭ ਹਿਨ ਮਨ ਮਾਨੀ। ਜਿਵੇਂ ਮਹਾਰਾਜ ਜੀਆਂ ਨੇ ਸਭ ਨੂੰ ਸਿੱਖਿਆ ਬਖਸ਼ੀ, ਤੇ ਜਿਤਨੇ ਦਿਜਵਰ ਆਏ ਸਨ ਸਭ ਨੇ ਮਹਾਰਾਜ ਜੀ ਕੀ ਇਸ ਬਾਤ ਨੂੰ, ਇਸ ਹੁਕਮ ਨੂੰ ਪ੍ਰਵਾਨ ਕਰ ਲਿਆ, ਮੰਨ ਲਿਆ ਹੈ ਜੀ। ਰਹਿ ਧਰਮ ਹਮ ਨਿਸ਼ਚੇ ਜਾਨੀ। ਤੇ ਇਹ ਵੀ ਨਿਸ਼ਚਾ ਹੈ ਵੀ ਜਿਵੇਂ ਹੁਣ ਸਤਿਗੁਰੂ ਕਹਿ ਰਹੇ ਹਨ ਨਾ, ਸਮੇਂ ਦੇ ਹੁਕਮਰਾਨ ਦੇ ਨਾਲ ਜਾ ਕੇ ਵਾਰਤਾਲਾਪ ਕਰੋ ਤੇ ਉਹਨਾਂ ਨੂੰ ਕਹਿ ਦੇਵੋ, ਇੱਦਾਂ ਹੀ ਸਾਡਾ ਧਰਮ ਰਹਿ ਸਕਦਾ ਹੈ। ਹੋਰ ਕੋਈ ਤਰੀਕਾ ਹੁਣ ਨਹੀਂ ਹੈ ਸਾਡੇ ਪਾਸ ਕਿ ਕਿਸੇ ਹੋਰ ਤਰੀਕੇ ਨਾਲ ਅਸੀਂ ਕਹੀਏ ਵੀ ਉਹਦੇ ਤੋਂ ਸਾਡੀ ਜਾਨ ਬਚ ਜਾਏ, ਸਾਡਾ ਧਰਮ ਸਲਾਮਤ ਰਹਿ ਜਾਏ। ਕੇਵਲ ਹੁਣ ਇਹੀ ਇੱਕ ਵਸੀਲਾ, ਇਹੀ ਇੱਕ ਤਰੀਕਾ ਜੋ ਸਤਿਗੁਰੂ ਜੀਆਂ ਨੇ ਸਾਨੂੰ ਦਿੱਤਾ ਹੈ ਜੀ। ਏਕ ਜਾਮ ਲਗ ਦਰਸ਼ਨ ਕੀਨਾ। ਫਿਰ ਇਸ ਵਿਦ ਇੱਕ ਜਾਮ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਹਜ਼ੂਰੀ ਦੇ ਅੰਦਰ ਇਹ ਇੱਕ ਪੈਰ ਹੋਰ ਰੁਕੇ ਰਹੇ। ਇਉਂ ਕਹਿ ਲਈਏ ਵੀ ਸ਼ਾਮਾਸ਼ ਦੇ ਵੇਲੇ ਤੱਕ ਸਤਿਗੁਰੂ ਜੀ ਕੀ ਹਜ਼ੂਰੀ ਅੰਦਰ ਮਹਾਰਾਜ ਜੀ ਕੇ ਪਾਸ ਬੈਠ ਕਰਕੇ ਉਸੇ ਤਰ੍ਹਾਂ ਹੀ ਦਰਸ਼ਨ ਕਰਦੇ ਰਹੇ ਸਾਨਾ। ਪੁਨੇ ਉਠ ਆਏ ਵਹਰ ਪਰ ਬੀਨਾ। ਫਿਰ ਇਹ ਸਾਰੇ ਦੇ ਸਾਰੇ ਇਕੱਤਰ ਹੋ ਕਰਕੇ ਉੱਠੇ ਹਨ ਤੇ ਵਾਪਸ ਆਪਣੇ ਟਿਕਾਣੇ ਤੇ, ਜਿੱਥੇ ਇਹਨਾਂ ਨੇ ਆਨੰਦਪੁਰ ਸਾਹਿਬ ਆ ਕਰਕੇ ਡੇਰਾ ਕੀਤਾ ਸੀ, ਸੋ ਆਪਣੇ ਟਿਕਾਣੇ ਤੇ ਵਾਪਿਸ ਆ ਗਏ ਸਨ। ਇੱਕ ਦੋਏ ਦਿਨ ਆਨੰਦਪੁਰ ਬਾਸੇ। ਫਿਰ ਇਦਾਂ ਹੀ ਇੱਕ ਦੋ ਦਿਨ ਹੋਰ ਇਹਨਾਂ ਨੇ ਆਪਣਾ ਜਿਹੜਾ ਟਿਕਾਣਾ ਹੈ ਆਨੰਦਪੁਰ ਸਾਹਿਬ ਹੀ ਰੱਖਿਆ, ਉੱਥੇ ਹੀ ਵਸਿਆ। ਸਭ ਆਨੰਦਪੁਰ ਸ਼ਹਿਰ ਵੇਖਿਆ, ਇੱਧਰ ਉੱਧਰ ਜਾ ਕਰਕੇ ਸਤਿਗੁਰੂ ਜੀ ਕੀ ਬਖਸ਼ਿਸ਼ਾਂ ਨੂੰ ਤੱਕਿਆ। ਕੋਈ 2 ਕੁ ਦਿਨਾਂ ਦਾ ਸਮਾਂ ਇਹਨਾਂ ਕਸ਼ਮੀਰੀ ਪੰਡਤਾਂ ਨੇ ਇਸ ਵਿਧ ਹੋਰ ਆਨੰਦਪੁਰ ਸਾਹਿਬ ਗੁਜ਼ਾਰਿਆ ਹੈ ਜੀ। ਦਰਸ਼ਨ ਕਰ ਕਰ ਹਿਰਦੈ ਹੁਲਾਸੇ। ਤੇ ਉਹ ਸਾਰੇ ਪਵਿੱਤਰ ਸਥਾਨਾਂ ਦੇ ਦਰਸ਼ਨ ਕੀਤੇ, ਉਹ ਸਭ ਕੁਝ ਵੇਖਿਆ ਜੋ ਮਹਾਰਾਜ ਜੀਆਂ ਨੇ ਆਪਣੇ ਪਵਿੱਤਰ ਸਥਾਨ ਬਣਵਾਏ ਸਨ। ਗੁਰਦੁਆਰਾ ਕਹਿ ਲਈਏ, ਧਰਮਸਾਲ ਕਹਿ ਲਈਏ, ਜਾਂ ਜਿਵੇਂ ਮਹਾਰਾਜ ਜੀਆਂ ਨੇ ਸੁੰਦਰ ਸ਼ਹਿਰ ਬਣਵਾਏ ਸਨ, ਉੱਥੇ ਵੱਖ-ਵੱਖ ਤਰ੍ਹਾਂ ਦੇ ਕਾਰੀਗਰ ਆਦਿਕ ਬਿਠਾਏ ਸਨ। ਸੋ ਆਨੰਦਪੁਰ ਦਾ ਜਿਤਨਾ ਵੀ ਨਜ਼ਾਰਾ, ਸਮੁੱਚਾ ਨਜ਼ਾਰਾ ਤੇ ਸਮੁੱਚੀ ਬਖਸ਼ਿਸ਼ ਇਹਨਾਂ ਸਭ ਦਿਜਵਰਾਂ ਨੇ ਕਸ਼ਮੀਰੀ ਪੰਡਤਾਂ ਨੇ ਫਿਰ ਕਰਕੇ ਵੇਖੀ ਹੈ ਜੀ। ਬਹੁਰ ਪਾਏ ਆਯਸ ਗੁਰ ਕੇਰੀ। ਫਿਰ 2 ਦਿਨਾਂ ਤੋਂ ਉਪਰੰਤ ਫਿਰ ਸਤਿਗੁਰੂ ਜੀ ਕੀ ਹਜ਼ੂਰੀ ਅੰਦਰ ਪਹੁੰਚੇ ਤੇ ਜਾ ਕਰਕੇ ਇਹ ਆਗਿਆ ਲਈ, ਆਸ਼ੀਰਵਾਦ ਲਿਆ ਵੀ ਮਹਾਰਾਜ ਹੁਣ ਅਸੀਂ ਵਾਪਸ ਆਪਣੇ ਦੇਸ਼ ਜਾ ਰਹੇ ਹਾਂ। ਭਏ ਤਿਆਰ ਚਲ ਬੇ ਤਿਸ ਬੇਰੀ। ਫਿਰ ਇਸ ਵਿਧ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਹ ਰੁਖਸਤ ਹੋਏ ਵਾਪਸ ਆਪਣੇ ਦੇਸ਼ ਨੂੰ ਜੀ। ਅਪਰ ਵਿਪਰ ਬੁੱਧਵੰਤੇ ਜੇਈ। ਫਿਰ ਇਹਨਾਂ ਨੇ ਮਹਾਰਾਜ ਜੀ ਕੇ ਹੁਕਮ ਸਹਿਤ ਉਹਨਾਂ ਸਾਰਿਆਂ ਨੂੰ ਇਕੱਤਰ ਕੀਤਾ, ਕਿਉਂਕਿ ਮਹਾਰਾਜ ਨੇ ਕਿਹਾ ਸੀ ਨਾ, ਇਕੱਲੇ ਤੁਸੀਂ ਹੀ ਨਹੀਂ, ਸਮੁੱਚੇ ਹਿੰਦੁਸਤਾਨ ਦੇਸ਼ ਦੇ ਅੰਦਰ ਜਿਤਨੇ ਵੀ ਮੁਖੀ ਬ੍ਰਾਹਮਣ ਹਨ, ਮੁਖੀ ਦਿਜਵਰ ਹਨ, ਜਾਂ ਹਿੰਦੂ ਧਰਮ ਦੇ ਪੈਰੋਕਾਰ ਹਨ, ਉਹਨਾਂ ਸਾਰਿਆਂ ਨੂੰ ਇਕੱਤਰ ਕਰੋ ਤੇ ਫਿਰ ਦਿੱਲੀ ਵੱਲ ਨੂੰ ਕੂਚ ਕਰਿਓ। ਫਿਰ ਵਾਪਸ ਮੁੜਦਿਆਂ ਇਹਨਾਂ ਨੇ ਸਭ ਦੇ ਪਾਸ ਸੱਦੇ ਭੇਜੇ, ਯਤਨ ਕੀਤੇ ਵੀ ਜਿਤਨੇ ਹੋਰ ਹਨ ਇਸ ਹਿੰਦੁਸਤਾਨ ਦੇਸ਼ ਅੰਦਰ ਵੱਖ-ਵੱਖ ਰਾਜਾਂ ਵਿੱਚ, ਸੋ ਸਭ ਦੇ ਪਾਸ ਸੁਨੇਹਾ ਭੇਜ ਕਰਕੇ ਇਕੱਠਿਆ ਕੀਤਾ ਹੈ। ਕਰੇ ਹਕਾਰਨ ਮੇਲੇ ਤੇਈ। ਸਭ ਨੂੰ ਇੱਕ ਥਾਂ ਤੇ ਬੁਲਾਵਾ ਭੇਜਿਆ, ਇੱਕ ਥਾਂ ਤੇ ਆਉਣ ਦੇ ਲਈ ਸੱਦਾ ਭੇਜਿਆ, ਤੇ ਸਭ ਇਕੱਤਰ ਹੋਏ ਹਨ। ਬਰਿੰਦ ਹੋਏ ਕਰ ਪੰਥ ਪਿਆਨੇ। ਫਿਰ ਬਰਿੰਦ ਤੋਂ ਭਾਵ ਹੁੰਦਾ ਹੈ ਗਿਣਤੀ ਵੱਧ ਗਈ, ਭਾਵ ਇੱਥੇ ਤੇ ਕੋਈ ਸੀਮਤ ਗਿਣਤੀ ਦੇ ਪਹੁੰਚੇ ਸਨ ਸ਼੍ਰੀ ਆਨੰਦਪੁਰ ਸਾਹਿਬ। ਹੁਣ ਜਿਸ ਵਕਤ ਸਾਰਿਆਂ ਰਾਜਾਂ ਦੇ ਮੁਖੀ ਵਿਪਰ ਬ੍ਰਾਹਮਣ ਇਕੱਤਰ ਹੋ ਗਏ,
ਫਿਰ ਗਿਣਤੀ ਵੱਧ ਗਈ ਤੇ ਫਿਰ ਸਾਰੇ ਇਕੱਤਰ ਹੋ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸਿੱਖਿਆ ਦੇ ਅਨੁਸਾਰ ਦਿੱਲੀ ਵੱਲ ਨੂੰ ਬਾਦਸ਼ਾਹ ਔਰੰਗਜ਼ੇਬ ਵੱਲ ਨੂੰ ਤੁਰ ਪਏ ਸਨ। ਜਿਸ ਪੁਰ ਮੈਂ ਤੁਰ ਕੇ ਸਮਾਹਾਨੇ। ਇਸ ਵਕਤ ਜਿਸ ਦੇਸ਼ ਵਿੱਚ, ਜਿਸ ਪੁਰ, ਜਿਸ ਰਾਜ ਵਿੱਚ ਤੁਰਕੇਸ਼ ਭਾਵ ਜਿਹੜਾ ਤੁਰਕਾਂ ਦਾ ਮੁਖੀ ਬਾਦਸ਼ਾਹ ਭਾਵ ਔਰੰਗਜ਼ੇਬ ਜਿੱਥੇ ਇਸ ਵਕਤ ਰਹਿੰਦਾ ਹੈ ਜੀ, ਕੇਤਿਕ ਦਿਨ ਮੈਂ ਪਹੁੰਚੇ ਜਾਏ। ਕੁਝ ਦਿਨ ਲੱਗੇ ਇਹਨਾਂ ਨੂੰ ਸਾਰਾ ਰਸਤਾ ਲੰਘਦਿਆਂ ਹੋਇਆਂ। ਸਹਿਜੇ ਸਹਿਜ ਕੁਝ ਦਿਨਾਂ ਦੇ ਅੰਦਰ ਆਪਣਾ ਸਫ਼ਰ ਤੈਅ ਕਰਦੇ ਹੋਏ ਅਖੀਰ ਉਸ ਟਿਕਾਣੇ ਤੱਕ ਪਹੁੰਚ ਗਏ ਹਨ। ਬਹੁਪੁਰ ਕੇ ਮਿਲ ਦਿਵਜ ਸਮੁਦਾਏ। ਬਹੁਪੁਰ ਕੇ ਮਿਲ, ਕੁਝ ਹੋਰ ਨਗਰਾਂ ਦੇ, ਕੁਝ ਹੋਰ ਦੇਸ਼ਾਂ ਦੇ, ਇੱਦਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਰਾਜਾਂ ਦੇ, ਵੱਖ-ਵੱਖ ਨਗਰਾਂ ਦੇਸ਼ਾਂ ਤੋਂ ਇਹ ਮਿਲ ਕਰਕੇ ਇਕੱਤਰ ਹੋ ਕੇ ਗਏ ਹਨ। ਤੁਰਗ ਤੁਰਕ ਕੇ ਥਿਰੇ ਅਗਾਰੀ। ਤੇ ਅਖੀਰ ਉਸ ਥਾਂ ਤੇ ਪਹੁੰਚ ਗਏ ਜਿੱਥੇ ਬਾਦਸ਼ਾਹ ਦਾ ਵਸੇਬਾ ਹੈ, ਤੇ ਜਾ ਕਰਕੇ ਬਾਦਸ਼ਾਹ ਦੇ ਕਿਲੇ ਦੇ ਸਨਮੁਖ ਬੈਠ ਗਏ ਹਨ। ਜਿੱਥੇ ਬਾਦਸ਼ਾਹ ਰਹਿੰਦਾ ਹੈ ਨਾ, ਜਿੱਥੇ ਉਹਦਾ ਘਰ ਹੈ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬਾਦਸ਼ਾਹ ਲੋਕ ਅਕਸਰ ਐਸੀਆਂ ਥਾਵਾਂ ਤੇ ਰਹਿੰਦੇ ਸਨ, ਕਿਲਿਆਂ ਦੇ ਅੰਦਰ ਆਪਣੇ ਮਹੱਲ ਬਣਾ ਕਰਕੇ ਤੇ ਬਾਹਰੋਂ ਬੜਾ ਵੱਡਾ ਪ੍ਰਬੰਧ ਕਰਕੇ ਕਿ ਕੋਈ ਹੋਰ ਰਾਜ ਦਾ ਬਾਦਸ਼ਾਹ ਆ ਕੇ ਕਿਤੇ ਅਚਾਨਕ ਹਮਲਾ ਨਾ ਕਰ ਦੇਵੇ। ਜਾਂ ਇਸ ਵਿਧ ਫਿਰ ਇਹ ਜਿਤਨੇ ਇਕੱਤਰ ਹੋ ਕਰਕੇ ਗਏ ਹਨ, ਸਭ ਦੁਰਗ ਤੁਰਕ ਕੇ ਖਰੇ ਥਿਰੇ ਅਗਾਰੀ, ਉਹਦੇ ਕਿਲੇ ਦੇ ਸਨਮੁਖ ਜਾ ਕਰਕੇ ਮੁੱਖ ਦੁਆਰ ਤੇ ਬੈਠ ਗਏ ਸਨ। ਬੂਝੇ ਆਪਣੀ ਬਿਰਥਾ ਉਚਾਰੀ। ਫਿਰ ਜਿਸ ਵਕਤ ਤੁਰਕ ਦੇ ਕਿਲੇ ਦੇ ਦੁਆਰ ਵਾਲੇ ਜਿਹੜੇ ਹਨ, ਜਿਵੇਂ ਦੁਆਰਪਾਲ ਹੁੰਦੇ ਹਨ, ਉਹਨਾਂ ਨੇ ਜਿਸ ਵਕਤ ਪੁੱਛਿਆ ਕਿ ਦੱਸੋ ਭਾਈ ਕਿਵੇਂ ਆਉਣਾ ਹੋਇਆ, ਕੀ ਕਾਰਨ ਹੈ, ਇੰਨੀ ਵੱਡੀ ਗਿਣਤੀ ਵਿੱਚ ਕਿਉਂ ਇਕੱਤਰ ਹੋ ਕੇ ਆਏ ਹੋ। ਸੋ ਫਿਰ ਇਹਨਾਂ ਨੇ ਆਪਣੀ ਵਿਥਿਆ ਜੋ ਹੈ, ਜੋ ਇਹਨਾਂ ਦੀ ਆਪਣੀ ਪੀੜ ਹੈ, ਜੋ ਦੁੱਖ ਹੈ, ਉਹ ਉਚਾਰਨਾ ਕੀਤਾ ਹੈ। ਬਹੁਪੁਰ ਕੇ ਦਿਜ ਹਮ ਸਮੁਦਾਏ। ਫਿਰ ਕਿਹਾ ਵੀ ਅਸੀਂ ਬਹੁਤ ਦੂਰ ਦੂਰ ਦੇਸ਼ਾਂ ਤੋਂ, ਨਗਰਾਂ ਤੋਂ ਇਕੱਤਰ ਹੋ ਕਰਕੇ ਸਾਰੇ ਦਿਜਬਰ ਇੱਥੇ ਪਹੁੰਚੇ ਹਾਂ। ਦੁੱਖ ਕੋ ਪਾਏ ਪੁਕਾਰੂ ਆਏ। ਤੇ ਅਸੀਂ ਬਹੁਤ ਭਾਰੀ ਦੁੱਖ ਦੇ ਗ੍ਰਸੇ ਹੋਏ ਹਾਂ, ਪੁਕਾਰ ਕਰਨ ਆਏ ਹਾਂ ਸਮੇਂ ਦੇ ਹੁਕਮਰਾਨ ਬਾਦਸ਼ਾਹ ਦੇ ਪਾਸ। ਬਾਦਸ਼ਾਹ ਜਬ ਸੁਨੈ ਬਿਰਤੰਤ। ਤੇ ਆਪਣੀ ਵਿਥਿਆ ਬਾਦਸ਼ਾਹ ਨੂੰ ਸੁਣਾਉਣੀ ਹੈ। ਉਹ ਕਹਿ ਲਈਏ ਵੀ ਸਾਰੇ ਇਕੱਤਰ ਹੋ ਕੇ, ਜਿਵੇਂ ਅਜੋਕੇ ਸਮੇਂ 'ਚ ਆਪਾਂ ਵੇਖਦੇ ਹਾਂ ਨਾ, ਆਪਣੀ ਗੱਲ ਹੁਕਮਰਾਨਾਂ ਨੂੰ ਸੁਣਾਉਣ ਦੇ ਲਈ ਮਨੁੱਖ ਇਕੱਤਰ ਹੋ ਕੇ ਜਾ ਕੇ ਕਹਿੰਦੇ ਹਨ ਜਾਂ ਰੋਸ ਕਰਦੇ ਹਨ, ਧਰਨੇ ਆਦਿਕ ਵੀ ਦੇ ਦਿੰਦੇ ਹਨ। ਸੋ ਇਹ ਸਭ ਇਕੱਤਰ ਹੋ ਕਰਕੇ ਕਹਿ ਰਹੇ ਹਨ ਅਸੀਂ ਇੱਥੇ ਆਏ ਹਾਂ ਤੇ ਆਪਣੀ ਗੱਲ ਬਾਦਸ਼ਾਹ ਦੇ ਕੰਨ ਤੱਕ ਪਾਉਣੀ ਹੈ। ਸੋ ਸਾਡਾ ਜਿਹੜਾ ਸੁਨੇਹਾ ਹੈ ਔਰੰਗਜ਼ੇਬ ਤੱਕ ਦਿੱਤਾ ਜਾਏ ਜੀ। ਤਬ ਹੋ ਨਿਸਚੈ ਬਣੈ ਮਤੰਤ। ਹਾਂ, ਜੇਕਰ ਬਾਦਸ਼ਾਹ ਸਾਡੀ ਗੱਲ ਨੂੰ ਸੁਣਦਾ ਹੈ, ਜਿਸ ਕਾਰਜ ਨੂੰ ਲੈ ਕੇ ਅਸੀਂ ਆਏ ਹਾਂ, ਜਿਹੜੀ ਵਿਥਿਆ, ਜਿਹੜੀ ਪੀੜ ਸਾਡੀ ਹੈ, ਜੋ ਦੁੱਖ ਸਾਡਾ ਹੈ, ਜੇਕਰ ਉਹ ਸਾਡੀ ਬਾਤ ਨੂੰ ਸੁਣਦਾ ਹੈ ਤੇ ਸਾਡਾ ਇਹ ਦੁੱਖ ਦਾ ਨਿਵਾਰਨ ਹੋ ਸਕਦਾ ਹੈ ਜੀ। ਜੇ ਕਸ਼ਮੀਰ ਆਦਗਨ ਦੇਸ਼। ਮੁਖੀ ਸੂਬਾ ਕਸ਼ਮੀਰ ਤੇ ਹੋਰ ਜਿਹੜੇ ਦੇਸ਼ ਹਨ, ਕਿਉਂਕਿ ਕਸ਼ਮੀਰ ਤੋਂ ਇਹ ਹੁਕਮ ਲਾਗੂ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਸੂਬੇਦਾਰ ਸ਼ੇਰ ਅਫਗਾਨ ਖਾਨ ਨੂੰ ਇਹ ਹੁਕਮ ਹੋਇਆ ਸੀ ਵੀ ਆਪਣੇ ਦੇਸ਼ ਦੇ ਸਾਰੇ ਹਿੰਦੂਆਂ ਦੇ ਧਰਮ ਤਬਦੀਲ ਕਰਵਾਏ ਜਾਣ। ਸੋ ਕਸ਼ਮੀਰ ਦੇਸ਼ ਤੋਂ ਮੁਖੀ ਦੇ ਸਾਰੇ ਤੇ ਹੋਰ ਵੱਖ-ਵੱਖ ਦੇਸ਼ਾਂ ਤੋਂ ਇੱਥੇ ਆਏ ਹਨ। ਹੋਏ ਹਿੰਦੁਨ ਪਰ ਜ਼ੁਲਮ ਵਸੇਸ। ਤੇ ਅਸੀਂ ਇਹ ਕਹਿਣ ਆਏ ਹਾਂ ਬਾਦਸ਼ਾਹ ਨੂੰ ਵੀ ਤੇਰੇ ਬਾਦਸ਼ਾਹ ਹੁੰਦਿਆਂ ਸਾਡੇ ਹਿੰਦੂਆਂ ਦੇ ਉੱਪਰ ਵੱਖ-ਵੱਖ ਸੂਬਿਆਂ ਦੇ ਵਿੱਚ ਸੂਬੇਦਾਰਾਂ ਵੱਲੋਂ ਹਿੰਦੂਆਂ ਤੇ ਜ਼ੁਲਮ ਕੀਤਾ ਜਾ ਰਿਹਾ, ਜੋ ਬਹੁਤ ਤਸ਼ੱਦਦ ਕਰ ਰਹੇ ਹਨ, ਭਾਵ ਸਾਡਾ ਧਰਮ ਹੀ ਤਬਦੀਲ ਕਰਵਾ ਰਹੇ ਹਨ। ਇਮ ਸੁਨ ਗਇਓ ਸਾਹੇ ਲਖ ਮਰਜੀ। ਇਸ ਵਿਦ ਜਿਹੜਾ ਦੁਆਰਪਾਲ ਹੈ, ਮੁਖੀ ਸੰਤਰੀ ਕਹਿ ਲਈਏ, ਜੋ ਉੱਥੇ ਇਹਨਾਂ ਨੂੰ ਮਿਲਣ ਆਇਆ, ਸੋ ਜਿਸ ਵਕਤ ਉਹਨੇ ਇਹਨਾਂ ਦੀ ਸਾਰੀ ਬਾਤ ਸੁਣੀ, ਫਿਰ ਇਹਨਾਂ ਦੀ ਵਿਥਿਆ ਸੁਣਨ ਤੋਂ ਉਪਰੰਤ ਫਿਰ ਬਾਦਸ਼ਾਹ ਦੇ ਪਾਸ ਪਹੁੰਚਦਾ, ਹੁਕਮ ਲੈ ਕਰਕੇ, ਬਾਦਸ਼ਾਹ ਤੋਂ ਆਗਿਆ ਲੈ ਕਰਕੇ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਬਾਦਸ਼ਾਹ ਲੋਕਾਂ ਨੂੰ ਇੱਦਾਂ ਮਿਲ ਨਹੀਂ ਸਕਦਾ ਸੀ, ਭਾਵੇਂ ਉਹਨਾਂ ਦਾ ਕੋਈ ਨਿੱਜੀ ਹੀ ਕਿਉਂ ਨਾ ਹੋਵੇ। ਸੋ ਉਹਦੇ ਤੋਂ ਆਗਿਆ ਲੈ ਕਰਕੇ ਉਹ ਇਹਨਾਂ ਦਾ ਸਭ ਦਾ ਸੁਨੇਹਾ ਲੈ ਕਰਕੇ ਬਾਦਸ਼ਾਹ ਤੱਕ ਪਹੁੰਚਦਾ ਹੈ ਜੀ। ਕਰੀ ਅਰਜ ਬੇਗੀ ਤਬ ਅਰਜੀ। ਤੇ ਜੋ ਕੁਝ ਇਹ ਕਹਿ ਰਹੇ ਹਨ, ਜਿਤਨੇ ਬ੍ਰਾਹਮਣਾਂ ਦੀ ਜਿਹੜੀ ਦਿਜਬਰਾਂ ਦੀ ਭੀੜ ਹੈ ਇਕੱਤਰ ਹੋਈ ਹੈ, ਜੋ ਕੁਝ ਇਹਨਾਂ ਨੇ ਆਪਣੇ ਢੰਗ ਨਾਲ ਉਸ ਨੂੰ ਕਿਹਾ, ਉਸਨੇ ਉਸੇ ਤਰ੍ਹਾਂ ਹੀ ਉਹ ਅਰਜੀ ਲਿਜਾ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਸਨਮੁਖ ਲਾ ਦਿੱਤੀ ਹੈ। ਹਜ਼ਰਤ ਸ਼ਾਹ ਸਲਾਮਤ ਸੁਣੀਐ। ਉਸ ਨੂੰ ਜਾ ਕਰਕੇ ਪ੍ਰਥਮ ਕਿਹਾ, ਸ਼ਾਹ ਸਲਾਮਤ ਹਜ਼ਰਤ,
ਆਪ ਜੀ ਸੁਣੋ ਜੋ ਵਿਥਿਆ ਅਸੀਂ ਆਪ ਜੀ ਕੇ ਚਰਨਾਂ ਅੰਦਰ ਬੇਨਤੀ ਕਰ ਰਹੇ ਹਾਂ। ਗੁਣ ਦੇਸਨ ਕੇ ਦਿਜ ਬਹੁ ਗਣੀਐ। ਬਹੁਤ ਸਾਰੇ ਦੇਸ਼ਾਂ ਦੇ ਭਾਵ ਬਹੁਤ ਸਾਰੇ ਰਾਜਾਂ ਦੇ ਦਿਜਬਰ ਬ੍ਰਾਹਮਣ ਮੁਖੀ ਪੰਡਤ ਜਨ ਜਿਹੜੇ ਹਨ ਉਹ ਇਕੱਠੇ ਹੋ ਕਰਕੇ ਤੇ ਇੱਥੇ ਤੁਹਾਡੇ ਕਿਲੇ ਦੇ ਦੁਆਰ ਤੇ ਆਏ ਹਨ। ਪਾਏ ਕਸ਼ਟ ਕੋ ਆਏ ਪੁਕਾਰੂ। ਉਹ ਬਹੁਤ ਚਿੰਤਾਤੁਰ ਹਨ, ਬਹੁਤ ਦੁਖੀ ਹਨ, ਬਹੁਤ ਕਸ਼ਟ ਵਿੱਚ ਹਨ ਤੇ ਤੁਹਾਡੇ ਪਾਸ ਹੁਕਮਰਾਨ ਹੋਣ ਦੇ ਨਾਤੇ, ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪੁਕਾਰ, ਆਪਣੀ ਵਿਥਿਆ ਲੈ ਕਰਕੇ ਪਹੁੰਚੇ ਹਨ। ਚਾਹਤ ਆਪ ਕੇ ਪਾਸ ਉਤਾਰੂ। ਤੇ ਆਪ ਜੀ ਨੂੰ ਮਿਲਣਾ ਚਾਹੁੰਦੇ ਹਨ। ਸਾਨੂੰ ਉਹਨਾਂ ਨੇ ਇਹ ਹੁਕਮ ਦਿੱਤਾ ਹੈ। ਸੋ ਜੇ ਆਪ ਜੀ ਕੀ ਮਰਜ਼ੀ ਹੋਵੇ, ਆਪ ਜੀ ਠੀਕ ਸਮਝੋ, ਕਿਉਂਕਿ ਇਹ ਬਾਦਸ਼ਾਹਾਂ ਦੀ ਮੌਜ ਹੁੰਦੀ ਹੈ। ਜੇ ਉਹ ਚਾਹਣ ਤੇ ਮਿਲਣ, ਨਾ ਚਾਹਣ ਤੇ ਨਾ ਹੀ ਮਿਲਣ। ਸੋ ਇਸ ਵਿੱਚ ਜੇ ਆਪ ਜੀ ਦੀ ਮਰਜ਼ੀ ਹੈ ਤੇ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਮੁਲਾਕਾਤ ਦਾ ਇੰਤਜ਼ਾਮਾਤ ਕਰ ਦਿੰਦੇ ਹਾਂ। ਸੋ ਆਪ ਆਪਣਾ ਜੋ ਹੁਕਮ ਹੈ ਉਹ ਦਿਓ ਜੀ। ਪੁਰ ਕਸ਼ਮੀਰ ਆਦ ਤੇ ਆਏ। ਤੇ ਜਿਸ ਵਕਤ ਅਸੀਂ ਪੁੱਛਿਆ ਹੈ, ਇਹ ਉਹ ਚੌਬਦਾਰ ਜਿਹੜਾ ਹੈ ਸੇਵਕ ਉਹ ਦੱਸ ਰਿਹਾ ਹੈ ਔਰੰਗਜ਼ੇਬ ਦਾ ਉਸ ਨੂੰ। ਸੋ ਉਹ ਕਹਿ ਰਿਹਾ ਹੈ ਵੀ ਜਿਸ ਵਕਤ ਅਸੀਂ ਪੁੱਛਿਆ ਹੈ ਵੀ ਕਿੱਥੋਂ ਕਿੱਥੋਂ ਤੋਂ ਚੱਲ ਕੇ ਆਏ ਹੋ, ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਵੀ ਕਸ਼ਮੀਰ ਦੇਸ਼ ਤੱਕ ਦੇ ਸਭ ਮੁਖੀ ਦਿਜਬਰ ਆਦਿ ਨੇੜ ਦੂਰ ਦੇ ਸਭ ਇਕੱਤਰ ਹੋ ਕੇ ਆਏ ਹਾਂ। ਧਨ ਵਿਦਿਆ ਮੈਂ ਜੋ ਅਦਕਾਏ। ਤੇ ਜੋ ਉਹਨਾਂ ਦੀ ਦੇਖ ਰੇਖ ਹੈ, ਬਸਤਰ ਆਦਿਕ ਹੈ, ਬੋਲਣ ਦਾ ਢੰਗ ਤਰੀਕਾ ਹੈ, ਕਿਉਂਕਿ ਅਕਸਰ ਸਿਆਣਿਆਂ ਮਨੁੱਖਾਂ ਦਾ ਇੱਥੋਂ ਲੱਛਣਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਵਿਦਿਆ ਵਿੱਚ ਕਿੰਨੀ ਕੁ ਪ੍ਰਵੀਣਤਾ ਰੱਖਦਾ, ਕਿੰਨੀ ਕੁ ਸਿਆਣਪ ਦਾ ਮਾਲਕ ਹੈ। ਸੋ ਜਿਹੜੇ ਜਿਹੜੇ ਆਪ ਜੀ ਕੇ ਦੁਆਰ ਤੇ ਪੁਕਾਰ ਲੈ ਕਰਕੇ ਆਏ ਹਨ ਉਹ ਆਮ ਮਨੁੱਖ ਨਹੀਂ ਨੇ, ਬਹੁਤ ਸਿਆਣੇ ਸੂਝਵਾਨ ਨੇ, ਬਹੁਤ ਉੱਚ ਕੋਟੀ ਦੇ ਸ੍ਰੇਸ਼ਟ ਮਨੁੱਖ ਮੰਨੇ ਜਾਂਦੇ ਨੇ ਆਪਣੇ ਆਪ ਵਿੱਚ, ਜਿਹੜੇ ਤੁਹਾਡੇ ਪਾਸ ਤੁਹਾਨੂੰ ਮਿਲਣ ਦੇ ਲਈ ਤੁਹਾਡੇ ਦੁਆਰ ਤੇ ਪੁੱਜੇ ਹਨ। ਜੋ ਨਰ ਗੁਣ ਮੈਂ ਹੈ ਪ੍ਰਧਾਨ। ਇਉਂ ਕਹਿ ਲਈਏ ਵੀ ਵੇਖਣ ਤੇ ਇਉਂ ਲੱਗਦਾ ਹੈ ਵੀ ਸਾਰੇ ਗੁਣੀ ਹਨ, ਤੇ ਖਾਸ ਕਰਕੇ ਸਨਾਤਨੀ ਮਤ ਦੇ ਮੁਖੀ ਪੈਰੋਕਾਰ ਸਨ ਉਸ ਵਕਤ ਤੇ ਦਿਜਬਰ। ਸਾਰੇ ਧਰਮ ਦੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਹੈ, ਕਿਉਂਕਿ ਇਹ ਧਰਮ ਦੀ ਸਿੱਖਿਆ ਪੜ੍ਹਾਉਂਦੇ ਸਨ। ਧਰਮ ਦਾ ਗਿਆਨ, ਦਾਨ, ਵਿਦਿਆ ਸਭ ਕੁਝ ਇਹਨਾਂ ਦੇ ਹੱਥ ਵਿੱਚ ਸੀ। ਜੇ ਹੁਣ ਸੰਕਟ ਆਇਆ ਹੈ ਤੇ ਅੱਗੇ ਵੀ ਇਹਨਾਂ ਨੂੰ ਫੜਨਾ ਪੈਣਾ। ਸੋ ਇਸ ਵਿਦ ਵੇਖਣ ਵਿੱਚ ਤੇ ਬਹੁਤ ਗੁਣੀ ਪ੍ਰਵੀਨ ਸਿਆਣੇ ਮਨੁੱਖ ਦਿਸਦੇ ਹਨ। ਤੇ ਪਹੁੰਚੇ ਦੀ ਰਗ ਬੁੱਧਵਾਨ। ਆਪ ਜੀ ਕੇ ਦੁਆਰ ਤੇ ਪਹੁੰਚੇ ਹਨ ਤੇ ਵੇਖਣ ਵਿੱਚ ਬੜੇ ਦੀਰਘ ਬੁੱਧੀ ਵਾਲੇ, ਸ੍ਰੇਸ਼ਟ ਮੱਤ ਵਾਲੇ, ਬੜੀ ਡੂੰਘੀ ਗੱਲ ਨੂੰ ਵਿਚਾਰ ਕੇ ਸਮਝ ਕੇ ਕਰਨ ਵਾਲੇ ਮਨੁੱਖ ਹਨ। ਸੁਨਤ ਸਾਹੂ ਔਰੰਗ ਵਿਚਾਰੇ। ਜਿਸ ਵਕਤ ਬਾਦਸ਼ਾਹ ਨੇ ਸੁਣਿਆ ਤੇ ਫਿਰ ਉਹ ਵਿਚਾਰਨ ਲੱਗਾ। ਵਿਚਾਰਨਾ ਸੁਭਾਵਕ ਸੀ ਗੁਰਮੁਖੋ, ਕਿਉਂਕਿ ਜਿਹੜੇ ਫੈਸਲੇ ਉਹਨੇ ਕੀਤੇ ਸਨ ਉਹਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਝ ਮੇਰੇ ਨਾਲ ਹੋਣ ਵਾਲਾ ਹੈ। ਇਹ ਇਦਾਂ ਉਹਨੂੰ ਇਹ ਗੱਲਾਂ ਪਹਿਲਾਂ ਇਉਂ ਕਹਿ ਲਈਏ ਵੀ ਆਪਣੇ ਆਪ ਤੋਂ ਭਾਸ ਗਈਆਂ। ਸੋ ਵਿਚਾਰਨ ਲੱਗਾ ਹੈ, ਵਿਚਾਰ ਕੇ ਕੀ ਫੈਸਲਾ ਦਿੰਦਾ ਹੈ ਜੀ। ਸ਼ਰਾ ਬਾਤ ਲਖ ਨਿਕਟ ਹਕਾਰੇ। ਬਾਦਸ਼ਾਹ ਸਮਝ ਗਿਆ ਵੀ ਜਿਸ ਕਾਰਨ ਕਰਕੇ ਸਾਰੇ ਦਿਜਬਰ ਇਕੱਤਰ ਹੋ ਕੇ ਇੱਥੇ ਪਹੁੰਚੇ ਹਨ, ਸਾਡੇ ਕਿਲੇ ਦੇ ਦੁਆਰ ਤੇ ਪੁੱਜੇ ਹਨ, ਬੈਠੇ ਹਨ, ਇਹਦਾ ਮਤਲਬ ਇਹ ਹੀ ਹੈ ਵੀ ਉਹ ਜਿਹੜੀ ਸ਼ਰ੍ਹਾ ਦੀ ਬਾਤ ਹੈ, ਜਿਹੜਾ ਧਰਮ ਤਬਦੀਲ ਕੀਤਾ ਜਾ ਰਿਹਾ ਹੈ, ਸਨਾਤਨੀ ਮੱਤ ਵਿੱਚ ਜਿਹੜਾ ਸਭ ਨੂੰ ਲਿਆਂਦਾ ਜਾ ਰਿਹਾ ਹੈ, ਉਸੇ ਕਾਰਨ ਹੀ ਇਹ ਸਭ ਇਕੱਤਰ ਹੋ ਕੇ ਮੇਰੇ ਦੁਆਰ ਤੱਕ ਆਏ ਹਨ। ਸੁਨ ਆਇਸ ਕੋ ਦਿਜ ਸਮੁਦਾਏ। ਸੁਨ ਆਇਸ ਕੋ ਦਿਜ ਸਮੁਦਾਏ। ਤੇ ਫਿਰ ਇਹ ਉਸੇ ਬਾਤ ਨੂੰ ਲੈ ਕਰਕੇ ਤੇ ਪਹੁੰਚੇ ਹਨ ਤੇ ਇਹਨਾਂ ਦੀ ਜਿਹੜੀ ਬਾਤ ਹੈ ਇਹ ਸੁਣਨਾ ਵੀ ਚਾਹੀਦਾ ਹੈ ਜੀ। ਪਹੁੰਚੇ ਜਮਨ ਸਭਾ ਲਗ ਜਾਏ। ਬਾਦਸ਼ਾਹ ਦੀ ਸਭਾ ਤੱਕ, ਭਾਵ ਜਦੋਂ ਤੱਕ ਸਭਾ ਲੱਗਦੀ ਹੈ, ਕਿਉਂਕਿ ਇਕੱਲਾ ਔਰੰਗਜ਼ੇਬ ਤੇ ਇਹਨਾਂ ਦੀ ਗੱਲ ਸੁਣੇਗਾ ਨਹੀਂ। ਜੇਕਰ ਸੁਣਨ ਲਈ ਰਾਜੀ ਹੋਵੇਗਾ ਤੇ ਫਿਰ ਉਹਦੇ ਜਿਤਨੇ ਵੀ ਰਾਜਨੀਤਿਕ ਆਗੂ ਨੇ, ਜਿਵੇਂ ਕਾਜੀ, ਮੁਲਾਣੇ ਜਾਂ ਹੋਰ ਜਿਹੜੇ ਵੀ ਉਹਦੀ ਸਭਾ ਵਿੱਚ ਬੈਠਣ ਵਾਲੇ ਨੇ, ਸਾਰੇ ਹੀ ਮੰਤਰੀ ਸੰਤਰੀ ਆਦਿਕ, ਉਹਨਾਂ ਸਭ ਨੂੰ ਨਾਲ ਲੈ ਕਰਕੇ ਹੀ ਉਹ ਇਹਨਾਂ ਦੀ ਬਾਤ ਸੁਣ ਸਕਦਾ ਜਾਂ ਮਿਲ ਸਕਦਾ। ਜਾਂ ਅਸੀਂ ਗੱਲ ਕਰੀਏ ਅਜੋਕੇ ਸਮੇਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ, ਜਦੋਂ ਕਿਸੇ ਵੱਡੇ ਮੰਤਰੀ ਤੱਕ ਪਹੁੰਚ ਕਰਨੀ ਹੁੰਦੀ ਹੈ, ਗੱਲਬਾਤ ਕਰਨੀ ਹੁੰਦੀ ਹੈ, ਫਿਰ ਜਿਹੜੇ ਤਰੀਕੇ ਦੇ ਨਾਲ ਉਹ ਵਿਚਾਰ ਕੀਤੀ ਜਾਂਦੀ ਹੈ, ਸੋ ਉਹਨਾਂ ਸਮਿਆਂ ਦੇ ਵਿੱਚ ਵੀ ਇੱਦਾਂ ਹੀ ਰਾਜੇ ਮਹਾਰਾਜੇ, ਮੁਖੀ ਜਿਤਨੇ ਵੀ ਸਨ, ਬਾਦਸ਼ਾਹ ਲੋਕ ਇੱਦਾਂ ਹੀ ਆਮ ਲੋਕਾਈ ਦੀਆਂ ਬਾਤਾਂ ਸੁਣਿਆ ਕਰਦੇ ਸਨ।
ਸੋ ਇਹਨਾਂ ਦੀ ਬਾਤ ਸੁਣਨ ਦੇ ਲਈ ਬਾਦਸ਼ਾਹ ਦੀ ਕੀ ਮਰਜ਼ੀ ਹੈ, ਕਿਵੇਂ ਹੁਕਮ ਦਿੰਦਾ ਹੈ ਤੇ ਕੀ ਕੁਝ ਵਿਚਾਰ ਰਿਹਾ ਹੈ ਜੀ। ਬੈਠੇ ਕਾਜੀ ਬ੍ਰਿੰਦ ਮੁਲਾਨੇ। ਫਿਰ ਉਸਨੇ ਆਪਣੀ ਸਭਾ ਲਗਾਈ ਤੇ ਸਭਾ ਦੇ ਅੰਦਰ ਉਹਨਾਂ ਸਭ ਨੂੰ ਬੁਲਾਇਆ ਜਿਨ੍ਹਾਂ ਨੇ ਬੈਠ ਕਰਕੇ ਉਸ ਵਕਤ ਤੇ ਫੈਸਲੇ ਕੀਤੇ ਸਨ, ਜਿਨ੍ਹਾਂ ਨੇ ਕਿਹਾ ਸੀ ਵੀ ਬਾਦਸ਼ਾਹ ਤੇਰੇ ਰਾਜ ਵਿੱਚ, ਤੇਰੇ ਇਸ ਦੇਸ਼ ਦੇ ਰਾਜ ਵਿੱਚ ਇੱਕ ਹੀ ਮਤ ਹੋਣਾ ਚਾਹੀਦਾ ਹੈ, ਇੱਕ ਹੀ ਧਰਮ ਹੋਣਾ ਚਾਹੀਦਾ ਹੈ, ਸਭ ਇੱਥੇ ਕਲਮਾ ਪੜ੍ਹਦੇ ਨਜ਼ਰ ਆਉਣੇ ਚਾਹੀਦੇ ਨੇ। ਉਹਨੇ ਫਿਰ ਸਾਰਿਆਂ ਨੂੰ ਇਕੱਤਰ ਕੀਤਾ। ਸੋ ਫਿਰ ਉਹ ਬੈਠ ਕਰਕੇ ਮਿਲਣ ਤੋਂ ਪਹਿਲਾਂ ਆਪਣੀ ਜਿਹੜੀ ਵਿਚਾਰ ਹੈ ਉਹ ਕਰ ਰਹੇ ਹਨ। ਗਣ ਉਮਰਾਓ ਮਹਾ ਮਨ ਮਾਨੇ। ਸਿਆਣੇ ਸਿਆਣੇ ਉਹਦੇ ਸੂਝਵਾਨ ਸਲਾਹਕਾਰ, ਉਮਰਾਓ ਮੰਤਰੀ ਆਦਿਕ ਜਿਹੜੇ ਉਹਦੇ ਨਾਲ ਬੈਠ ਕਰਕੇ ਵਿਸ਼ੇਸ਼ ਸਮਿਆਂ ਤੇ ਵਿਸ਼ੇਸ਼ ਬਾਤਾਂ ਕਰਿਆ ਕਰਦੇ ਸਨ, ਉਹਨਾਂ ਸਭ ਨੂੰ ਮਿਲ ਕਰਕੇ ਸਭਾ ਅੰਦਰ ਬੈਠ ਕਰਕੇ ਤੇ ਬਾਦਸ਼ਾਹ ਔਰੰਗਜ਼ੇਬ ਨੇ ਇਹ ਜਿਹੜੀ ਵਿਚਾਰ ਹੈ ਆਪਸ ਵਿੱਚ ਹੀ ਅਜੇ ਕਰਨੀ ਸ਼ੁਰੂ ਕੀਤੀ ਹੈ ਜੀ। ਜਰੇ ਜਵਾਹਰ ਜੇਵਰ ਸਾਰੇ। ਇੱਥੇ ਥੋੜਾ ਜਿਹਾ ਜ਼ਿਕਰ ਭਾਈ ਸਾਹਿਬ ਜੀਆਂ ਨੇ ਉਹਨਾਂ ਦੀ ਦੇਖ ਰੇਖ ਦਾ ਵੀ ਕੀਤਾ ਹੈ, ਕਿਉਂਕਿ ਉਹ ਇੱਕ ਤੇ ਵੈਸੇ ਇਸਲਾਮ ਦੇ ਧਾਰਨੀ ਨੇ, ਦੂਜਾ ਉਹ ਰਾਜਨੀਤਿਕ ਮਨੁੱਖ ਨੇ, ਤੀਜਾ ਰਾਜਨੀਤਿਕ ਮਨੁੱਖ ਅਕਸਰ ਬਹੁਤਾ ਧਨਾੜ ਹੀ ਹੁੰਦਾ ਹੈ, ਕਿਉਂਕਿ ਜਿਵੇਂ ਕਿਵੇਂ ਯਤਨ ਕਰਕੇ ਉਹਨੇ ਧਨ ਵੀ ਬਹੁਤਾ ਇਕੱਠਾ ਕੀਤਾ ਹੁੰਦਾ। ਸੋ ਇਸ ਵੇਲੇ ਜਿਹੜੇ ਇਹਦੀ ਸਭਾ ਵਿੱਚ ਆ ਕਰਕੇ ਬੈਠੇ ਨਾ, ਬੜੇ ਧਨਾੜ, ਚੰਗੇ ਮਹਿੰਗੇ ਮਹਿੰਗੇ ਉਹਨਾਂ ਨੇ ਵਸਤਰ ਪਾਏ ਹੋਏ, ਗਲੇ ਦੇ ਵਿੱਚ ਜੇਵਰ ਆਦਿਕ ਪਾਏ ਹੋਏ, ਇੱਦਾਂ ਉਹ ਸਭ ਆਪਣੀਆਂ ਆਪਣੀਆਂ ਪਦਵੀਆਂ ਤੇ ਆ ਕਰਕੇ ਬੈਠੇ ਤੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵਿਚਾਰਾਂ ਕਰ ਰਹੇ ਹਨ। ਪਹਿਰੇ ਵਸਤਰ ਮਾਦੁਤ ਤਾਰੇ। ਬਹੁਤ ਬੇਸ਼ਕੀਮਤੀ, ਬਹੁਤ ਮੁੱਲੇ ਵਸਤਰ ਉਹਨਾਂ ਨੇ ਆਪਣੇ ਤਨ ਤੇ ਪਾਏ ਹੋਏ ਹਨ। ਚੁੱਕ ਚੁੱਕ ਵਿਪਨ ਕੀਨ ਸਲਾਮ। ਚੁੱਕ ਚੁੱਕ ਵਿਪਰਨ ਕੀਨ ਸਲਾਮ। ਜਿਸ ਵਕਤ ਉਹ ਸਾਰੇ ਬਾਦਸ਼ਾਹ ਦੀ ਸਭਾ ਦੇ ਵਿੱਚ ਆਏ ਤੇ ਜਿਹੜੇ ਵਿਪਰ ਦੁਆਰ ਤੇ ਬੈਠੇ ਹਨ ਉਹਨਾਂ ਵੀ ਆਪਣੀ ਕੋਈ ਆਸ ਉਮੀਦ ਲੈ ਕਰਕੇ ਇਹਨਾਂ ਨੂੰ ਸਲਾਮ ਆਦਿਕ ਕੀਤੀ ਹੈ। ਪੁਨ ਕਰ ਜੋਰੇ ਖਰੇ ਤਮਾਮ। ਪੁਨ ਕਰ ਜੋਰੇ, ਹੱਥ ਜੋੜ ਕਰਕੇ ਜੋ ਵੀ ਨੇਮ ਹੈ ਬੁਲਾਉਣ ਦਾ, ਜਿਸ ਢੰਗ ਦੇ ਨਾਲ ਸਲਾਮ ਆਦਿਕ ਕਰਦੇ ਹਨ। ਨਿਜ ਦਿਸ ਸ਼ਾਹੋ ਤਵਾਜੈ ਹੋਆ। ਫਿਰ ਆਪਣੀ ਸਾਰੀ ਵਿਚਾਰ ਆਦਿਕ ਕਰਨ ਤੋਂ ਬਾਅਦ ਸੋ ਜਿਹੜਾ ਬਾਦਸ਼ਾਹ ਹੈ ਉਹਨੇ ਇਹਨਾਂ ਦੇ ਵੱਲ, ਇਹਨਾਂ ਨੂੰ ਮਿਲਣ ਦੇ ਨਾਲ ਜਿਹੜਾ ਆਪਣਾ ਰੁਖ ਹੈ ਉਹ ਪ੍ਰਗਟ ਕੀਤਾ ਹੈ। ਸੁਣਿਓ ਚਾਹੇ ਇਮ ਜਬ ਹੂੰ ਜੋਆ। ਸੁਣਿਓ ਚਾਹੇ, ਹੁਣ ਸੁਣਨਾ ਚਾਹੁੰਦਾ ਹੈ ਵੀ ਕਿਹੜੀ ਵਿਥਿਆ ਲੈ ਕੇ, ਕਿਸ ਕਾਰਨ ਕਰਕੇ ਸਾਰੇ ਦੇਸ਼ ਦੇ ਰਿਜਬਰ ਇਕੱਤਰ ਹੋ ਕਰਕੇ ਇੱਥੋਂ ਤੱਕ ਪਹੁੰਚੇ ਹਨ। ਸੋ ਜਿਹੜੀ ਇਹਨਾਂ ਦੀ ਪੀੜਾ ਹੈ, ਜੋ ਇਹਨਾਂ ਦਾ ਦੁੱਖ ਹੈ, ਹੁਣ ਬਾਦਸ਼ਾਹ ਔਰੰਗਜ਼ੇਬ ਸੁਣਦਾ ਹੈ ਜੀ। ਭਏ ਸਤੀਰਜ ਅਰਜ ਗੁਜ਼ਾਰੈ। ਫਿਰ ਬੜੇ ਆਰਾਮ ਦੇ ਨਾਲ, ਕਿਉਂਕਿ ਰਿਜਬਰ ਲੋਕ ਨੇ, ਸਿਆਣੇ ਮਨੁੱਖ ਨੇ, ਸੋ ਇੱਕ ਵਾਰ ਤਾਂ ਇਹ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਬੜੇ ਸਤੀਰਜ ਤੋਂ ਭਾਵ ਬੜੀ ਧੀਰਤਾ ਦੇ ਨਾਲ ਵਿਚਾਰ ਨੂੰ ਪ੍ਰਾਰੰਭ ਕਰਦੇ ਨੇ। ਤੇ ਪ੍ਰਥਮ ਇਹਨਾਂ ਨੇ ਕਿਹਾ ਵੀ ਅਸੀਂ ਤੇਰੇ ਪਾਸ ਬੇਨਤੀ ਹੀ ਕਰਨ ਆਏ ਹਾਂ, ਅਰਜ਼ ਗੁਜ਼ਾਰਨ ਆਏ ਹਾਂ ਜੀ। ਹੋਏ ਲਚਾਰ ਤੁਮ ਨਿਕਟ ਪੁਕਾਰੈ। ਕਿਉਂਕਿ ਇੱਥੋਂ ਤੱਕ ਆਉਣ ਦਾ ਕਾਰਨ ਇਹ ਹੈ ਵੀ ਅਸੀਂ ਹੁਣ ਲਾਚਾਰ ਹੋ ਚੁੱਕੇ ਹਾਂ, ਸਾਡੇ ਪਾਸ ਕੋਈ ਹੋਰ ਰਸਤਾ ਨਹੀਂ ਸੀ, ਕੋਈ ਹੋਰ ਤਰੀਕਾ ਨਹੀਂ ਸੀ ਜੋ ਕਿ ਅਸੀਂ ਵਰਤ ਕੇ ਤੇ ਇੱਥੋਂ ਤੱਕ ਤੁਹਾਡੇ ਦਰਬਾਰ ਤੱਕ ਨਾ ਆਉਂਦੇ। ਸੋ ਇਸ ਲਈ ਤੁਹਾਡੇ ਪਾਸ, ਤੁਹਾਡੇ ਨਿਕਟ ਆ ਕਰਕੇ ਇਹ ਅਰਜ਼ ਕਰਦੇ ਹਾਂ। ਕਰੈ ਬਿਨਾਸਨ ਧਰਮ ਹਮਾਰੇ। ਫਿਰ ਬ੍ਰਾਹਮਣਾਂ ਨੇ ਦੱਸਣਾ ਸ਼ੁਰੂ ਕੀਤਾ, ਦਿਜਬਰਾਂ ਨੇ, ਵੀ ਜਿਹੜੇ ਤੁਹਾਡੇ ਰਾਜਦਾਰ ਨੇ, ਭਾਵ ਜਿਹੜੇ ਸੂਬੇਦਾਰ ਨੇ, ਤੁਹਾਡੇ ਜਿਹੜੇ ਸੂਬਿਆਂ ਦੇ ਮਾਲਕ ਨੇ, ਉਹਨਾਂ ਨੇ ਇਹ ਕਾਰਜ ਪ੍ਰਾਰੰਭ ਕਰ ਦਿੱਤੇ ਹਨ। ਆਪਣੇ ਆਪਣੇ ਸੂਬੇ ਦੇ ਵਿੱਚ ਸਨਾਤਨੀ ਮੱਤ ਦਾ ਜਿਹੜਾ ਧਰਮ ਹੈ ਉਹਨੂੰ ਤਬਦੀਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਸਾਡਾ ਧਰਮ ਜਿਹੜਾ ਹੈ ਜ਼ਬਰਦਸਤੀ ਹੁਕਮਰਾਨਾਂ ਵੱਲੋਂ ਤਬਦੀਲ ਕਰਵਾਇਆ ਜਾ ਰਿਹਾ ਹੈ ਜੀ। ਹਿੰਦੁਨ ਲਹਿ ਸਰਾਮ ਜਾਰੇ। ਤੇ ਜਿਤਨੇ ਵੀ ਹਿੰਦੂ ਅਨਮਤ ਦੇ ਮਨੁੱਖ ਵਸਦੇ ਹਨ ਉਹਨਾਂ ਸਾਰਿਆਂ ਨੂੰ ਇਸਲਾਮ ਦੀ ਸ਼ਰ੍ਹਾ ਦੇ ਵਿੱਚ ਲਿਆਂਦਾ ਜਾ ਰਿਹਾ। ਜ਼ਬਰਦਸਤੀ ਕਲਮਾਂ ਪੜ੍ਹਵਾਈਆਂ ਜਾ ਰਹੀਆਂ ਹਨ, ਸੁਨਨਤ ਕੀਤੀ ਜਾ ਰਹੀ ਹੈ, ਤਿਲਕ ਜੰਜੂ ਜਿਹੜਾ ਹੈ ਉਹ ਉਤਾਰਿਆ ਜਾ ਰਿਹਾ ਹੈ ਤੇ ਧਰਮ ਤਬਦੀਲ ਕਰਕੇ ਸ਼ਰ੍ਹਾ ਦੇ ਧਾਰਨੀ ਬਣਾਇਆ ਜਾ ਰਿਹਾ ਹੈ ਜੀ। ਸੋ ਰਾਵਰ ਕੀ ਮਰਜ਼ੀ ਜਾਨੀ। ਸੋ ਅਸੀਂ ਮੰਨਦੇ ਹਾਂ ਵੀ ਬਾਦਸ਼ਾਹ ਇਹ ਤੁਹਾਡੀ ਮਰਜ਼ੀ ਹੈ,
ਤੁਹਾਡੀ ਮਰਜ਼ੀ ਸਹਿਤ ਹੀ ਇਹ ਜਿਹੜਾ ਕਾਰਜ ਹੈ ਇਹ ਵੈਸੇ ਸੂਬਿਆਂ ਦੇ ਅੰਦਰ ਵੱਖ-ਵੱਖ ਰਾਜਾਂ ਵਿੱਚ ਜ਼ਰੂਰ ਹੋ ਰਿਹਾ ਹੈ। ਇਸ ਪ੍ਰਕਾਰ ਹਮ ਮਿਲ ਮਨ ਮਾਨੀ। ਤੇ ਫਿਰ ਇਸ ਮਰਜ਼ੀ ਨੂੰ ਪ੍ਰਵਾਨ ਕਰਨ ਤੋਂ ਪਹਿਲੇ ਅਸੀਂ ਸਭ ਨੇ ਮਿਲ ਕਰਕੇ ਇਹ ਮਤਾ ਕੀਤਾ ਹੈ ਜੋ ਆਪ ਜੀ ਕੇ ਪਾਸ ਇੱਥੇ ਆਏ ਹਾਂ। ਵਿਪਰਨ ਕੇ ਜਜਮਾਨ ਅਲੰਬ। ਮਤਾ ਕੀ ਕੀਤਾ ਹੈ, ਹੁਣ ਇੱਥੋਂ ਵਿਥਿਆ ਸ਼ੁਰੂ ਕਰਨਗੇ। ਜੋ ਸਿੱਖਿਆ ਜੋ ਸੇਧ ਇਹਨਾਂ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਖਸ਼ੀ ਸੀ, ਕਿਉਂਕਿ ਆਪਣੇ ਆਪ ਤੇ ਇਹਨਾਂ ਨੂੰ ਵੀ ਪਤਾ ਸੀ ਵੀ ਸਾਡੇ ਕੋਲ ਬਲ ਨਹੀਂ ਹੈ ਬਾਦਸ਼ਾਹ ਦੇ ਸਾਹਮਣੇ ਖੜਨ ਦਾ, ਤੇ ਨਾ ਹੀ ਕੋਈ ਹੋਰ ਤਰੀਕਾ ਨਜ਼ਰ ਆ ਰਿਹਾ ਸੀ। ਸੋ ਜਿਸ ਵਕਤ ਬਾਦਸ਼ਾਹ ਨੇ ਪੁੱਛਿਆ ਤੇ ਇਹਨਾਂ ਨੇ ਪਹਿਲੇ ਧਰਮ ਦੀ ਹਾਨੀ, ਉਹ ਜਿਹੜਾ ਧਰਮ ਤਬਦੀਲ ਕਰਵਾਇਆ ਜਾ ਰਿਹਾ ਉਹ ਬਾਤ ਕਹੀ। ਉਸ ਤੋਂ ਉਪਰੰਤ ਇਹ ਕਿਹਾ ਵਿਪਰਨ ਕੇ ਜਜਮਾਨ ਅਲੰਬ, ਵੀ ਅਸੀਂ ਜਿਤਨੇ ਵੀ ਵਿਪਰ ਹਨ ਸਾਡੇ ਮੁਖੀ ਜਜਮਾਨ ਹਨ, ਜਿਹੜੇ ਸਾਡੇ ਸਾਰਿਆਂ ਦਾ ਆਸਰਾ ਹਨ, ਜਿਨ੍ਹਾਂ ਦੀ ਸੇਧ ਅਨੁਸਾਰ ਅਸੀਂ ਸਾਰੇ ਆਪਣਾ ਆਪਣਾ ਧਰਮ ਨਿਭਾਉਂਦੇ ਹਾਂ, ਜਿਨ੍ਹਾਂ ਦੀ ਸਿੱਖਿਆ ਅਨੁਸਾਰ ਅਸੀਂ ਇਸ ਧਰਮ ਦੇ ਧਾਰਨੀ ਬਣੇ ਹੋਏ ਹਾਂ ਜੀ। ਚਲੈ ਜੀਵ ਕਾ ਦੇਤ ਕਦੰਬ। ਤੇ ਉਹਨਾਂ ਦੀ ਸਿੱਖਿਆ ਦੇ ਅਨੁਸਾਰ ਅਸੀਂ ਆਪਣਾ ਧਰਮ ਚਲਾਉਂਦੇ ਹਾਂ, ਇਹਦੇ ਵਿੱਚ ਰਹਿੰਦੇ ਹਾਂ ਤੇ ਸਾਡਾ ਇਹ ਜੀਵਨ ਇਦਾਂ ਚੱਲਦਾ ਹੈ ਜੀ। ਤਿਨ ਤੇ ਦਾਨ ਲੈਨ ਅਧਿਕਾਰੀ। ਤੇ ਆ ਜਿਹੜਾ ਅਸੀਂ ਆਪਣੇ ਧਰਮ ਅਨੁਸਾਰ ਜਗਤ ਨੂੰ ਗਿਆਨ ਦੇ ਕਰਕੇ ਦਾਨ ਲੈਂਦੇ ਹਾਂ, ਇਹ ਵੀ ਅਧਿਕਾਰ ਸਾਨੂੰ ਸਾਡੇ ਮੁਖੀ ਜਜਮਾਨ ਜੀ ਨੇ ਦਿੱਤਾ ਹੈ। ਛਪੀ ਨ ਏਕਛ ਜਗਤ ਮਜਾਰੀ। ਤੇ ਨਾਲ ਕਹਿਣ ਲੱਗੇ ਬਾਦਸ਼ਾਹ ਔਰੰਗਜ਼ੇਬ ਬਹੁਤਾ ਇਹਦਾ ਤੁਹਾਨੂੰ ਵੀ ਪਤਾ ਹੈ, ਇਹ ਜਗ ਜਾਹਰ ਬਾਤ ਹੈ, ਕੋਈ ਛੁਪੀ ਨਹੀਂ ਹੋਈ। ਸਭ ਨੂੰ ਪਤਾ ਹੈ ਵੀ ਅਸੀਂ ਕਿਸ ਬਿਰ ਸੰਸਾਰ ਵਿੱਚ ਆਪਣੇ ਧਰਮ ਅੰਦਰ ਵਿਚਰਦੇ ਹਾਂ। ਸੋ ਹਿੰਦੂ ਜਜਮਾਨ ਕਨੇਰੇ। ਇਦਾਂ ਅਸੀਂ ਜਿਤਨੇ ਵੀ ਆਏ ਹਾਂ ਸਭ ਆਪਣੇ ਆਪਣੇ ਮੁਖੀ ਆਗੂ ਦੀ ਸਿੱਖਿਆ ਦੇ ਸਹਿਤ ਵਿਚਰਦੇ ਹਾਂ ਜੀ। ਸਭ ਮੈਂ ਛਤਰੀ ਇਹ ਵਡੇਰੇ। ਲੇਕਿਨ ਸਾਡੇ ਵਰਨ ਦੇ ਅੰਦਰ ਅਸੀਂ ਮੁਖੀ ਆਪਣੇ ਛਤਰੀ ਨੂੰ ਮੰਨਿਆ ਹੈ। ਹੁਣ ਛਤਰੀ ਤੋਂ ਬਾਤ ਆਉਣੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਾਸ, ਕਿਉਂਕਿ ਮਹਾਰਾਜ ਨੇ ਕਿਹਾ ਸੀ ਵੀ ਅਸੀਂ ਛਤਰੀ ਦਾ ਧਰਮ ਨਿਭਾਵਾਂਗੇ। ਸੋ ਸਾਡੇ ਅੰਦਰ ਜਿਤਨੇ ਵੀ ਅਸੀਂ ਦਿਜਬਰ ਹਾਂ, ਸਾਡੇ ਅੰਦਰ ਮੁਖੀ ਜਿਹੜੇ ਹਨ ਉਹ ਸਾਡੇ ਛਤਰੀ ਹਨ। ਛਤਰੀ ਤੋਂ ਭਾਵ ਹੁੰਦਾ ਸੂਰਮਾ, ਜਿਹੜਾ ਸ਼ਸਤਰ ਚੱਕ ਕੇ ਜੰਗੇ ਮੈਦਾਨ ਦੇ ਵਿੱਚ ਦੁੱਖ ਸੁੱਖ ਵੇਲੇ ਖੜਨ ਦੀ ਸਮਰੱਥਾ ਰੱਖਦਾ ਹੋਵੇ। ਸੋ ਜਿਹੜੇ ਸਾਡੇ ਮੁਖੀ ਹਨ ਉਹ ਛਤਰੀ ਹਨ, ਤੇ ਛਤਰੀ ਦੀ ਸਿੱਖਿਆ ਦੇ ਅਨੁਸਾਰ ਹੀ ਅਸੀਂ ਸਾਰੇ ਵਿਚਰਦੇ ਹਾਂ। ਕਿਉਂਕਿ ਹੁਣ ਇਹ ਆਪਣੇ ਆਪ ਨੂੰ ਮੁਖੀ ਨਹੀਂ ਕਹਿ ਸਕਦੇ। ਜੇ ਇਹ ਆਪ ਸਾਰੀ ਅਗਵਾਈ ਅੱਗੇ ਹੋ ਕੇ ਕਰਦੇ ਨੇ ਤੇ ਬਾਦਸ਼ਾਹ ਨੇ ਬਹੁਤੇ ਸਮਾਂ ਨਹੀਂ ਲਾਉਣਾ ਇਸ ਦੇਸ਼ ਦਾ ਧਰਮ ਖਤਮ ਕਰਨ ਲੱਗਿਆ। ਸੋ ਕੋਈ ਛਤਰੀ ਹੀ ਅੱਗੇ ਖੜਾ ਹੋ ਸਕਦਾ ਹੈ, ਕੋਈ ਸੂਰਮਾ ਹੀ ਇਸ ਸਮੇਂ ਅੱਗੇ ਆ ਕੇ ਖੜ ਸਕਦਾ ਹੈ ਜਿਹੜਾ ਫਿਰ ਇਹਨਾਂ ਸਾਰਿਆਂ ਦਾ ਧਰਮ ਬਚਾ ਸਕਦਾ। ਸੋ ਇਸ ਵੇਲੇ ਇਹਨਾਂ ਨੇ ਨਾ ਸਤਿਗੁਰੂ ਜੀ ਕੀ ਸਿੱਖਿਆ ਦੇ ਅਨੁਸਾਰ ਇਦਾਂ ਇਹ ਰਸਤਾ ਲੱਭਿਆ ਹੈ ਤੇ ਬਾਦਸ਼ਾਹ ਦੇ ਚਰਨਾਂ ਵਿੱਚ ਜਾ ਕਰਕੇ ਇਹ ਜਿਹੜੀ ਬੇਨਤੀ ਹੈ ਇਹ ਕੀਤੀ ਹੈ ਜੀ। ਤੁਮ ਤੇ ਪ੍ਰਥਮ ਰਾਜ ਤਿਨ ਕੇਰਾ। ਭਾਵ ਜਿਹੜੇ ਜਿਹੜੇ ਤੁਹਾਡੇ ਤੋਂ ਪਹਿਲਾਂ ਇੱਥੇ ਇਸ ਦੇਸ਼ ਵਿੱਚ ਰਾਜੇ ਕਰਦੇ ਸਨ। ਕਰਤ ਜਗੈ ਦੇ ਦਰਬ ਕਨੇਰਾ। ਉਹ ਜਦੋਂ ਵੀ ਕੋਈ ਧਰਮ ਕਰਮ ਹੁੰਦਾ ਸੀ, ਯੱਗ ਪਵਿੱਤ ਆਦਿਕ, ਉਹਦੇ ਵਿੱਚ ਵੀ ਬਹੁਤ ਦਾਨ ਆਦਿਕ ਇਦਾਂ ਸਾਡੇ ਧਰਮ ਵਿੱਚ ਜਿਹੜੇ ਬਾਦਸ਼ਾਹ ਲੋਕ ਸਨ, ਰਾਜੇ ਲੋਕ ਸਨ, ਉਹ ਕਰਦੇ ਸਨ ਜੀ। ਸੋ ਅਬ ਅਪਰ ਕੀਰਤ ਲਗ ਪਰੇ। ਲੇਕਿਨ ਤੁਹਾਡੇ ਬਾਦਸ਼ਾਹ ਬਣਨ ਤੋਂ ਉਪਰੰਤ ਬਾਅਦ ਵਿੱਚ ਇਹ ਸਭ ਕੁਝ ਤਬਦੀਲ ਹੋ ਗਿਆ ਹੈ। ਸਾਰਾ ਕੁਝ ਜਿਵੇਂ ਪਹਿਲਾਂ ਸੀ ਉਹ ਬਦਲ ਚੁੱਕਾ ਹੈ। ਜਯੋ ਕਯੋ ਆਪਨ ਜੀਵ ਕਾ ਕਰੇ। ਤੇ ਉਹ ਜਿਹੜੇ ਯੱਗ ਤੋਂ ਅਸੀਂ ਦਾਨ ਲਿਆ ਕਰਕੇ ਤੇ ਆਪਣਾ ਜੀਵਨ ਚਲਾਉਂਦੇ ਸਾਂ, ਜੋ ਸਾਡਾ ਕਰਮ ਧਰਮ ਚੱਲਦਾ ਸੀ, ਸੋ ਇਹ ਸਭ ਕੁਝ ਤੁਹਾਡੇ ਇਹ ਤਖਤ ਤੇ ਬਹਿਣ ਤੋਂ ਬਾਅਦ ਇਹ ਸਭ ਕੁਝ ਬੰਦ ਹੋ ਗਿਆ। ਤੇ ਹੁਣ ਜਿਵੇਂ ਕਿਵੇਂ ਆਪਣਾ ਜਿਹੜਾ ਗੁਜ਼ਾਰਾ ਹੈ ਸਮਾਜ ਦੇ ਕਾਰਜਾਂ ਤੋਂ ਅਸੀਂ ਚਲਾ ਰਹੇ ਸਾਂ। ਤਉ ਸਕਲ ਹਿੰਦੁਨ ਕੇ ਮਾਹੀ। ਲੇਕਿਨ ਫਿਰ ਵੀ ਸਾਡੇ ਸਾਰੇ ਜਿਤਨੇ ਵੀ ਹਿੰਦੂ ਹਨ ਇਹਨਾਂ ਸਭ ਦੇ ਅੰਦਰ ਜੀ ਛਤਰੀ ਬੜੇ ਔਰ ਸਮ ਨਾਹੀ। ਜਿਹੜੇ ਛਤਰੀ ਹਨ ਭਾਵ ਉਹਨਾਂ ਤੋਂ ਵੱਡਾ ਅਸੀਂ ਕਿਸੇ ਨੂੰ ਨਹੀਂ ਮੰਨਦੇ। ਭਾਵੇਂ ਕਹਿ ਰਹੇ ਹਨ ਵੀ ਬਾਦਸ਼ਾਹ ਜਿਹੜੇ ਪਹਿਲੇ ਬਾਦਸ਼ਾਹ ਸਨ ਉਹ ਜਦੋਂ ਕੋਈ ਯੱਗ ਆਦਿਕ ਹੁੰਦਾ ਸੀ ਇਧਰੋਂ ਰਾਜ ਪੱਧਰ ਵੱਲੋਂ ਸਰਕਾਰ ਵੱਲੋਂ ਸਹਾਇਤਾ ਦਿੰਦੇ ਸਨ ਤੇ ਸਾਡਾ ਜਿਹੜਾ ਕਰਮ ਧਰਮ ਚੱਲ ਜਾਂਦਾ ਸੀ। ਹੁਣ ਇਹ ਸਭ ਕੁਝ ਬੰਦ ਹੋ ਗਿਆ ਤੇ ਜਿਤਨੇ ਵੀ ਸਾਡੇ ਫਿਰਕੇ ਹਨ ਉਹ ਖਿੰਡ ਗਏ ਹਨ, ਕਿਉਂਕਿ ਔਰੰਗਜ਼ੇਬ ਨੇ ਬਹੁਤ ਤਬਦੀਲੀਆਂ ਕੀਤੀਆਂ ਸਨ ਬਾਦਸ਼ਾਹ ਬਣ ਕਰਕੇ। ਬਹੁਤ ਇਦਾਂ ਦੇ ਕਾਰਜ ਕੀਤੇ ਸਨ ਜਿਹਦੇ ਵਿੱਚ ਇਸਲਾਮੀ ਨੂੰ ਸੈਲਫ ਡਿਫੈਂਸ ਤੇ ਸਰਕਾਰੀ ਡਿਫੈਂਸ ਦਿੱਤੀ ਗਈ ਤੇ ਬਾਕੀ ਦੇ ਅਨਮਤ ਜਿਹੜੇ ਸਨ ਉਹਨਾਂ ਨੇ ਉਹ ਹੀ ਛੱਡ ਦਿੱਤਾ ਗਿਆ ਵੀ ਜਿੰਨਾ ਵੀ ਇਹਨਾਂ ਨੂੰ ਨਪੀੜਿਆ ਜਾਂਦਾ ਹੈ, ਖਤਮ ਕੀਤਾ ਜਾਂਦਾ ਹੈ, ਉਹ ਸਭ ਉਹਨਾਂ ਦੇ ਉੱਪਰ ਟੈਕਸ ਆਦਿਕ ਲਾਗੂ ਕਰ ਦਿੱਤੇ ਗਏ ਸਨ। ਬਹੁਤ ਸਾਰੇ ਐਸੇ ਕਾਰਜ ਹੋਏ ਸਨ ਉਹਨਾਂ ਵੇਲਿਆਂ ਦੇ ਅੰਦਰ।
ਸੋ ਇਸ ਵਿਧਨਾ ਜਦੋਂ ਤੋਂ ਇਹ ਸਭ ਕੁਝ ਬੰਦ ਹੋਇਆ ਤੇ ਅਸੀਂ ਆਪਣੀ ਜੀਵਕਾ ਦੇ ਲਈ ਵੱਖ-ਵੱਖ ਥਾਵਾਂ ਤੇ ਹਿੰਦੁਸਤਾਨ ਵਿੱਚ ਖਿੰਡੇ ਹਾਂ, ਅਲੱਗ-ਅਲੱਗ ਥਾਵਾਂ ਤੇ ਬੈਠੇ ਹਾਂ ਤੇ ਆਪਣਾ ਜਿਹੜਾ ਜੀਵਨ ਚਲਾ ਰਹੇ ਹਾਂ। ਉੱਤਮ ਜਾਤੀ ਕਰਮ ਭਲੇਰੇ। ਜਾਤੀ ਉੱਤਮ ਭਾਵ ਜਿਹੜੇ ਸਾਡੇ ਛਤਰੀ ਹਨ, ਜਿਹੜੇ ਮੁਖੀ ਹਨ, ਜਿਹੜੇ ਸਾਡੇ ਜਜ਼ਮਾਨ ਹਨ ਜੀ। ਲਖਿਅਤ ਸਹਿਜ ਸੁਭਾਏ ਅਛੇਰੇ। ਲਖਿਅਤ ਸਹਿਜ ਸੁਭਾਏ ਅਛੇਰੇ। ਉੱਤਮ ਜਾਤੀ ਕਰਮ ਭਲੇਰੇ ਭਾਵ ਉਹ ਬੜੇ ਹੀ ਉੱਤਮ ਜਾਤੀ ਦੇ ਸ੍ਰੇਸ਼ਟ ਵਰਨ ਦੇ ਭਾਵ ਗੁਰੂ ਤੇਗ ਬਹਾਦਰ ਜੀ ਵੱਲ ਇਸ਼ਾਰਾ ਹੈ ਤੇ ਬੜੇ ਸਹਿਜ ਸੁਭਾਅ ਵਿਚਰਦੇ ਹਨ ਤੇ ਬੜੇ ਟਿਕ ਕਰਕੇ ਬੜੇ ਸ੍ਰੇਸ਼ਟ ਕਰਮ ਸੰਸਾਰ ਵਿੱਚ ਉਹ ਕਰਦੇ ਹਨ। ਤਿੰਨ ਛਤਰੀਨ ਵਿਖੇ ਸਮ ਚਾਦਰ। ਤੇ ਉਹਨਾਂ ਛਤਰੀਆਂ ਦੇ ਵਿੱਚੋਂ, ਛਤਰੀ ਧਰਮ ਦੇ ਵਿੱਚੋਂ ਜਿਹੜੇ ਇਸ ਵਕਤ ਮੁਖੀ ਆਗੂ ਹਨ, ਜਿਹੜੇ ਸਭ ਤੋਂ ਸ੍ਰੇਸ਼ਟ ਜਨ ਭਾਵ ਜਿਨ੍ਹਾਂ ਨੂੰ ਇਹ ਜਜ਼ਮਾਨ ਇਹ ਦਿਜ਼ਬਰ ਕਹਿ ਰਹੇ ਨੇ ਵੀ ਜਿਨ੍ਹਾਂ ਨੂੰ ਹੁਣ ਅਸੀਂ ਪੂਜਦੇ ਹਾਂ, ਜਿਹੜੇ ਸਾਡੇ ਆਗੂ ਹਨ, ਜਿਨ੍ਹਾਂ ਦੀ ਸਿੱਖਿਆ ਤੇ ਅਸੀਂ ਸਭ ਤੁਰ ਰਹੇ ਹਾਂ, ਉਹ ਜਿਹੜੇ ਇਸ ਵਕਤ ਮੌਜੂਦ ਸਮੇਂ ਦੇ ਵਿੱਚ ਜਿਸ ਧਰਤੀ ਤੇ ਜੋ ਪੁਰਖ ਬੈਠੇ ਹਨ, ਸਭਨ ਬੜੇ ਸ੍ਰੀ ਤੇਗ ਬਹਾਦਰ। ਤੇ ਉਹਨਾਂ ਸਾਰਿਆਂ ਦੇ ਵਿੱਚੋਂ ਮਹਾਨ ਪੁਰਖ, ਪੂਰਨ ਪੁਰਖ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦਾ ਨਾਮ ਹੈ, ਜੋ ਕਿ ਇੱਥੇ ਵਿਰਾਜਮਾਨ ਹਨ। ਸ਼੍ਰੀ ਨਾਨਕ ਕੀ ਦੀਰਘ ਗਾਦੀ। ਤੇ ਉਹ ਬੈਠੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਉਸ ਵੱਡੀ ਮਹਾਨ ਗੱਦੀ ਦੇ ਉੱਪਰ। ਥਿਰ ਹੈ ਸਿੱਖੀ ਕੀਨ ਆਬਾਦੀ। ਉਹ ਬੈਠੇ ਹਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ। 9ਵੇਂ ਥਾਂ ਤੇ ਗੁਰਦੇਵ ਬੈਠੇ ਸਨ ਤੇ ਉਸ ਗੱਦੀ ਤੇ ਬੈਠ ਕਰਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ। ਗੁਰਸਿੱਖੀ ਦਾ ਜਿਹੜਾ ਪ੍ਰਚਾਰ ਹੈ ਜਗਤ ਵਿੱਚ ਮਹਾਰਾਜ ਨੇ ਆਪਣੇ ਸਮੇਂ ਕੀਤਾ, ਇਹ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਪਤਾ ਸੀ। ਸੋ ਇਸ ਵੇਲੇ ਉਹ ਆਪਣੀ ਸਿੱਖ ਮੱਤ ਦਾ ਜਗਤ ਵਿੱਚ ਪ੍ਰਸਾਰ ਕਰਦੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ 9ਵੇਂ ਥਾਂ ਤੇ ਗੁਰਦੇਵ ਬੈਠੇ ਹਨ। ਜਗ ਕੇ ਪੂਜੋ ਬਜਤ ਚੌਰੇ। ਤੇ ਜਿਤਨੀ ਵੀ ਬਾਕੀ ਦੀ ਲੋਕਾਈ ਹੈ, ਚੌਂ ਔਰ ਭਾਵ ਚੌਂ ਦਿਸ਼ਾ ਦੇ ਜਿਹੜੇ ਮਨੁੱਖ ਹਨ, ਕਿਸੇ ਵੀ ਵਰਨ ਦੇ ਅੰਦਰੋਂ ਖਾਸ ਕਰਕੇ ਸਨਾਤਨੀ ਆਪਣੇ ਆਪ ਨੂੰ ਹੁਣ ਆਪਣੇ ਬਚਾਉਣ ਦੇ ਲਈ ਇਹ ਯਤਨ ਕਰ ਰਹੇ ਹਨ ਵੀ ਸਾਡੇ ਵਰਨ ਦੇ ਸਾਰੇ ਮਨੁੱਖ ਚਾਰਾਂ ਦਿਸ਼ਾਵਾਂ ਤੋਂ ਉਹਨਾਂ ਪਾਸ ਆਉਂਦੇ ਹਨ, ਪੂਜਾ ਕਰਦੇ ਹਨ, ਅਸੀਸਾਂ ਲੈਂਦੇ ਹਨ ਤੇ ਸੁਖ ਦਾ ਜੀਵਨ ਬਤੀਤ ਕਰਦੇ ਹਨ। ਚਰਨ ਨਿਹੋਰਤ ਦੇਵ ਕਰ ਜੋਰੇ। ਸਮੇਂ-ਸਮੇਂ ਮਹਾਰਾਜ ਕੇ ਚਰਨਾਂ ਨੂੰ ਨਮਸਕਾਰ ਕਰਨ ਦੇ ਲਈ, ਅਸੀਸਾਂ ਲੈਣ ਦੇ ਲਈ, ਮਹਾਰਾਜ ਜੀਆਂ ਤੋਂ ਬਖਸ਼ਿਸ਼ਾਂ ਲੈਣ ਦੀ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਕੇ ਦਰ ਵਿੱਚ ਨਮਸਕਾਰ ਕਰਨ ਆਉਂਦੇ ਹਨ। ਮਾਨਨੀਏ ਸਭ ਕੇ ਸਿਰ ਮੋਰ। ਤੇ ਸਾਡੇ ਲਈ ਉਹੀ ਪੂਜਨੀਕ ਹਨ, ਮਾਨਨੀਏ ਹਨ, ਸਭ ਤੋਂ ਵੱਡੇ ਹਨ, ਸਿਰਮੌਰ ਪੁਰਖ ਹਨ। ਜਿਨਕੇ ਸਾਹਮਣੇ ਦੂਸਰੇ ਔਰ। ਜਿਨ੍ਹਾਂ ਦੇ ਬਰਾਬਰ ਦੂਸਰਾ ਕੋਈ ਸੰਸਾਰ ਵਿੱਚ ਨਹੀਂ ਹੈ ਤੇ ਨਾ ਹੀ ਹੋ ਸਕਦਾ ਗੁਰਮੁਖੋ। ਜਿਨ੍ਹਾਂ ਦੇ ਬਰਾਬਰ ਕੋਈ ਵੀ ਨਹੀਂ ਦੂਸਰਾ ਹੈ ਜੀ। ਸੰਗਤ ਨਹੀਂ ਹਜ਼ਾਰੋ ਮਾਨੈ। ਤੇ ਏਦਾਂ ਨਾ ਉਹਨਾਂ ਪੁਰਖਾਂ ਨੂੰ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਤ ਕਰ ਰਹੇ ਹਨ ਕਿ ਸਾਡੇ ਜਿਹੜੇ ਜਜਮਾਨ ਗੁਰੂ ਹਨ, ਉਹਨਾਂ ਨੂੰ ਸਾਰੀ ਸੰਗਤ ਭਾਵ ਦੂਰ ਦੇਸ਼ਾਂ ਤੱਕ ਅਨੇਕਾਂ ਹੀ ਬੇਅੰਤ ਮਨੁੱਖ, ਨਾਰੀ ਪੁਰਖ ਸਭ ਮੰਨਦੇ ਹਨ। ਅਨਕ ਅਕੋਰਨ ਕੋ ਨਿਤ ਆਨੈ। ਤੇ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਵੀ ਉਹਨਾਂ ਦੇ ਚਰਨਾਂ ਵਿੱਚ ਸੰਗਤ ਵੱਲੋਂ ਭੇਟ ਕੀਤੀਆਂ ਜਾਂਦੀਆਂ ਹਨ। ਸੋ ਬਹੁਤ ਸਾਰੀ ਸੰਗਤ ਉਹਨਾਂ ਦੇ ਪਾਸ ਹਾਜ਼ਰ ਰਹਿੰਦੀ ਹੈ ਜੀ। ਜਿਨ ਕੋ ਭਨਿਓ ਮਨ ਮਨ ਸਾਰੇ। ਜਿਨ ਕੋ ਭਨਿਓ ਭਾਵ ਜਿਹੜੇ ਇਸ ਵਕਤ ਗੁਰਤਾ ਗੱਦੀਪੁਰ ਵਿਰਾਜਮਾਨ ਬੈਠੇ ਹਨ, ਇਤਨੀ ਬਖਸ਼ਿਸ਼ ਦੇ ਮਾਲਕ ਹਨ ਵੀ ਸਭ ਦੇ ਮਨ ਦੀ ਬਾਤ ਨੂੰ ਬੁੱਝ ਲੈਂਦੇ ਹਨ, ਜਾਣਦੇ ਹਨ। ਚਾਹਤ ਲੋਕ ਦੇਵ ਰਹਿਣ ਸੁਕਾਰੇ। ਤੇ ਜਿਸ ਵਕਤ ਕਿਸੇ ਨੂੰ ਬਖਸ਼ਿਸ਼ ਕਰਦੇ ਹਨ, ਦੋਹਾਂ ਲੋਕਾਂ ਦੀ ਰੱਖਿਆ ਵੀ ਬਖਸ਼ ਦਿੰਦੇ ਹਨ। ਸਰਦਾ ਧਰੈ ਕਾਮ ਨਾ ਪਾਵੈ। ਸ਼ਰਧਾ ਜੋ ਕੋਈ ਭਾਵਨਾ ਦੇ ਨਾਲ ਸ਼ਰਧਾ ਕਰਕੇ ਉਹਨਾਂ ਦੇ ਚਰਨਾਂ ਪਾਸ ਜਾਂਦਾ ਹੈ, ਫਿਰ ਭਾਵਨਾ ਅਨੁਸਾਰ ਉਹ ਫਲ ਵੀ ਬਖਸ਼ਦੇ ਹਨ। ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਵੀ ਹੁੰਦੀਆਂ ਹਨ ਜੀ। ਆਵਤ ਜਾਤੇ ਗੁਣ ਗਨ ਗਾਵੈ। ਤੇ ਜਿਹੜੇ ਸਾਡੇ ਮੁਖੀ ਜਜਮਾਨ ਹਨ, ਭਾਵ ਅਰਥ ਇੱਥੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਜੋ ਵੀ ਕੋਈ ਉਹਨਾਂ ਪਾਸ ਜਾਂਦਾ ਹੈ, ਆਸੀਸ ਲੈਂਦਾ ਹੈ, ਫਿਰ ਅਸੀਂ ਵੇਖਦੇ ਹਾਂ ਵੀ ਸਾਡਾ ਸਾਰਾ ਜਗਤੀ, ਸਨਾਤਨੀ ਸਾਰਾ ਜਗਤੀ ਜਿਤਨੇ ਵੀ ਹਨ, ਸਿੱਖ ਜਗਤ ਵੀ, ਸਭ ਕੋਈ ਉਹਨਾਂ ਦੀ ਵਡਿਆਈ ਕਰਦਾ ਹੈ। ਗੁਣ ਗਨ ਅਨੇਕਾਂ ਹੀ ਗੁਣ ਗੁਰੂ ਜੋਤ ਦੇ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜਗਤ ਵਿੱਚ ਗਾਏ ਜਾ ਰਹੇ ਹਨ। ਕਰਕੇ ਕਹਿ ਕਿਰਤ ਸਭ ਜੋਏ। ਕਰਕੇ ਕਰਹਿ ਕ੍ਰਿਤ ਸਭ ਜੋਏ।
ਜੋ ਵੀ ਉਹ ਆਪ ਆਪਣੇ ਮੁਖ ਤੋਂ ਬਖਸ਼ਿਸ਼ ਕਰਦੇ ਹਨ। ਅੰਗੀਕਾਰ ਸਵਨ ਕੇ ਸੋਏ। ਤੇ ਜੋ ਕੋਈ ਬਖਸ਼ਿਸ਼ ਮਹਾਰਾਜ ਜੀ ਕੇ ਘਰੋਂ ਹੁੰਦੀ ਹੈ, ਸਿੱਖ ਨਿਹਾਲ ਹੁੰਦਾ ਹੈ। ਤੇ ਜੋ ਕੋਈ ਭੇਟਾ ਆਦਿਕ ਕੋਈ ਵੀ ਜੋ ਅਕੋਰਨ ਭਾਵ ਵਸਤੂ ਕੋਈ ਵੀ ਬਖਸ਼ਿਸ਼ ਜੋ ਮਹਾਰਾਜ ਜੀ ਕੀ ਕੋਈ ਮਹਾਰਾਜ ਕੇ ਚਰਨਾਂ ਵਿੱਚ ਲੈ ਕਰਕੇ ਜਾਂਦਾ ਹੈ ਤੇ ਉਹ ਅੰਗੀਕਾਰ ਕਰਦੇ ਹਨ। ਇਕੱਲਾ ਭੇਟਾ ਹੀ ਨਹੀਂ, ਅਸੀਂ ਕਵਾਂਗੇ ਕੋਈ ਦੁੱਖ ਸੁੱਖ ਕੋਈ ਵਿਥਿਆ ਲੈ ਕਰਕੇ ਵੀ ਮਹਾਰਾਜ ਕੇ ਚਰਨਾਂ ਵਿੱਚ ਪੁਕਾਰ ਕਰਦਾ ਹੈ ਤੇ ਉਹਨਾਂ ਦੇ ਵੀ ਉਹ ਕਾਰਜ ਰਾਸ ਕਰ ਦਿੰਦੇ ਹਨ। ਜਾਂ ਤੇ ਜਗਤ ਗੁਰੂ ਮਦ ਭਾਰੋ। ਤੇ ਇਸ ਵਿਦ ਫਿਰ ਦਿਜਬਰਾਂ ਨੇ ਆਪਣੀ ਜਿਹੜੀ ਬਾਤ ਹੈ ਉਹ ਬਾਦਸ਼ਾਹ ਔਰੰਗਜ਼ੇਬ ਦੀ ਸਭਾ ਦੇ ਸਾਹਮਣੇ ਰੱਖੀ ਕਿ ਜਿਨ੍ਹਾਂ ਪੁਰਖਾਂ ਦੀ ਅਸੀਂ ਬਾਤ ਕੀਤੀ ਹੈ ਉਹ ਜਗਤ ਵਿੱਚ ਭਾਰੇ ਗੁਰੂ ਮੰਨੇ ਜਾਂਦੇ ਹਨ। ਭਾਰੇ ਤੋਂ ਭਾਵ ਹੁੰਦਾ ਵੱਡੇ ਪੁਰਖ, ਮਹਾਨ ਗੁਰੂ, ਬਖਸ਼ਿਸ਼ ਦੇ ਮਾਲਕ। ਸੋ ਜਿਹੜੇ ਸਾਡੇ ਗੁਰੂ ਹਨ ਨਾ, ਜਿਹੜੇ ਸਾਡੇ ਮੁਖੀ ਜ਼ਮਾਨ ਹਨ, ਉਹ ਜਗਤ ਵਿੱਚ ਬਹੁਤ ਵੱਡੇ ਪੁਰਖ ਹਨ। ਹਿੰਦੂ ਨਾਮ ਤਿਨ ਕੋ ਅਨਸਾਰੋ। ਤੇ ਅਸੀਂ ਜਿਤਨੇ ਵੀ ਹਿੰਦੂ ਹਾਂ, ਭਾਵ ਅਸੀਂ ਜਿਤਨੇ ਵੀ ਇਸ ਮਤ ਦੇ ਧਾਰਨੀ ਹਾਂ, ਸਨਾਤਨੀ ਮਤ ਵਾਲੇ ਜਿਤਨੇ ਦਿਸਬਰ ਗਏ ਹਨ, ਅਸੀਂ ਸਭ ਉਹਨਾਂ ਦੇ ਅਨੁਸਾਰੀ ਹਾਂ। ਅਸੀਂ ਸਭ ਉਹਨਾਂ ਦੀ ਸਿੱਖਿਆ ਤੇ ਤੁਰਨ ਵਾਲੇ ਹਾਂ। ਜਿਵੇਂ ਉਹ ਸਾਨੂੰ ਉਪਦੇਸ਼ ਕਰਦੇ ਹਨ, ਅਸੀਂ ਵੀ ਉਹੀ ਕੁਝ ਆਪਣੇ ਜੀਵਨ ਅੰਦਰ ਕਰਦੇ ਹਾਂ ਜੀ। ਭਏ ਸਬਨ ਮੈਂ ਅਤ ਪ੍ਰਧਾਨੂ। ਇਸ ਲਈ ਸਾਡੇ ਉਹ ਮੁਖੀ ਹਨ, ਪ੍ਰਧਾਨ ਹਨ, ਸਾਡੇ ਉਹ ਸ੍ਰੇਸ਼ਟ ਪੁਰਖ ਪ੍ਰਧਾਨ ਹਨ। ਜਿਵੇਂ ਸਾਨੂੰ ਇਸ਼ਾਰਾ ਕਰਦੇ ਹਨ, ਕਹਿੰਦੇ ਹਨ, ਉਹ ਕੁਝ ਅਸੀਂ ਜੀਵਨ ਅੰਦਰ ਕਰਦੇ ਹਾਂ ਜੀ। ਤਰੈ ਸੋ ਧਰਮ ਜੋ ਕਰੈ ਬਖਾਨੂ। ਜੋ ਜਿਸ ਵਿਦ ਸਾਡੇ ਲਈ ਉਹ ਉਪਦੇਸ਼ ਕਰਦੇ ਹਨ, ਭਾਵ ਸਾਡਾ ਜਿਹੜਾ ਸ੍ਰੇਸ਼ਟ ਧਰਮ ਹੁੰਦਾ ਹੈ ਉਹ ਸਾਨੂੰ ਸਮਝਾਉਂਦੇ ਹਨ ਤੇ ਉਸੇ ਵਿਦ ਫਿਰ ਅਸੀਂ ਉਸ ਧਰਮ ਵਿੱਚ ਵਿਚਰਦੇ ਹਾਂ ਜੀ। ਯਾਤੇ ਤਿਨ ਪਿਛੈ ਹਿੰਦਵਾਇਨ। ਇਸ ਕਰਕੇ ਦਿਜਬਰ ਕਹਿਣ ਲੱਗੇ ਵੀ ਸਾਡਾ ਸਾਰਾ ਹਿੰਦੂ ਜਗਤ ਸਨਾਤਨੀ ਸਮਾਜ ਜਿਤਨਾ ਵੀ ਹੈ ਨਾ, ਉਹ ਸਭ ਉਹਨਾਂ ਦੇ ਪਿੱਛੇ ਹੈ। ਤੇ ਇਹ ਕਿਉਂ ਕਹਿ ਰਹੇ ਹਨ? ਕਿਉਂਕਿ ਮਹਾਰਾਜ ਨੇ ਇਹਨਾਂ ਨੂੰ ਸਿੱਖਿਆ ਦਿੱਤੀ ਹੈ ਵੀ ਜੇਕਰ ਹੁਣ ਤੁਹਾਡਾ ਧਰਮ ਬਚਾਉਣਾ ਤੇ ਕੇਵਲ ਇੱਕ ਹੀ ਇਹ ਹੀ ਰਸਤਾ ਹੈ, ਹੋਰ ਕੋਈ ਵਸੀਲਾ ਨਹੀਂ ਬਚਿਆ। ਸੋ ਇਸ ਵਿਦ ਕਹਿਣ ਲੱਗੇ ਵੀ ਸਾਡਾ ਸਾਰਾ ਸਮਾਜ ਹੀ ਉਹਨਾਂ ਦੀ ਸਿੱਖਿਆ ਦੇ ਅਨੁਸਾਰ ਹੈ ਜੀ। ਸਭ ਕੇ ਅਗਰੀ ਪ੍ਰਭੂ ਪਰਾਇਨ। ਸਾਡੇ ਸਭ ਦੀ ਅਗਵਾਈ ਕਰਨ ਵਾਲੇ ਉਹ ਸਾਡੇ ਮਾਲਕ ਪ੍ਰਭੂ ਇਹ ਸੰਸਾਰ ਅੰਦਰ ਸਰੀਰ ਕਰਕੇ ਗੁਰੂ ਨਾਨਕ ਦੀ ਗੱਦੀ ਪੁਰ ਵਿਰਾਜਮਾਨ ਹਨ। ਤਿਨ ਕੋ ਸਮਰਥ ਸਰਾ ਮੈਂ ਲਿਆਵੋ। ਫਿਰ ਇਹਨਾਂ ਨੇ ਆਪਣੀ ਬਾਤ ਕਹਿ ਦਿੱਤੀ, ਬਾਦਸ਼ਾਹ ਔਰੰਗਜ਼ੇਬ ਤੁਸੀਂ ਏਦਾਂ ਸਾਡੇ ਉੱਪਰ ਤਸ਼ੱਦਦ ਨਾ ਕਰੋ। ਜ਼ੋਰ ਜ਼ਬਰਦਸਤੀ ਤੁਹਾਡੇ ਸੂਬੇਦਾਰ ਸਾਡੇ ਜੰਝੂ ਲਾ ਰਹੇ ਹਨ, ਤਿਲਕ ਮਿਟਾ ਰਹੇ ਹਨ, ਸ਼ਰ੍ਹਾ ਵਿੱਚ ਲਿਆ ਰਹੇ ਹਨ, ਕਲਮਾ ਪੜ੍ਹਾ ਰਹੇ ਹਨ, ਜੇ ਕੋਈ ਨਹੀਂ ਮੰਨਦਾ ਤੇ ਕਤਲ ਕਰ ਰਹੇ ਹਨ। ਇੱਦਾਂ ਸਾਡੇ ਤੇ ਤਸ਼ੱਦਦ ਨਾ ਕਰੋ, ਕਿਉਂਕਿ ਅਸੀਂ ਇਹ ਸਭ ਝੱਲ ਨਹੀਂ ਸਕਦੇ। ਸਾਡੇ ਲਈ ਇਹ ਕਠਿਨ ਹੈ, ਕਿਉਂਕਿ ਅਸੀਂ ਗ੍ਰਸਤੀ ਪਰਿਵਾਰਾਂ ਵਾਲੇ ਮਨੁੱਖ ਹਾਂ। ਜੇਕਰ ਆਪ ਚਾਹੁੰਦੇ ਹੋ ਨਾ ਕਿ ਹਿੰਦੁਸਤਾਨ ਦੇਸ਼ ਦੇ ਅੰਦਰ ਕੇਵਲ ਇੱਕ ਹੀ ਧਰਮ ਹੋਵੇ, ਕੇਵਲ ਇੱਕ ਸਨਾਤਨੀ ਧਰਮ ਨਾ ਹੋ ਕਰਕੇ ਇਸਲਾਮੀ ਹੀ ਇੱਥੇ ਸਭ ਹੋਣ, ਇਸ ਲਈ ਫਿਰ ਤੁਹਾਡੇ ਚਰਨਾਂ 'ਚ ਸਾਡੇ ਵੱਲੋਂ ਇਹ ਬੇਨਤੀ ਹੈ ਵੀ ਸਭ ਤੋਂ ਪਹਿਲਾਂ ਸਾਡੇ ਜਿਹੜੇ ਆਗੂ ਰਹਿਬਰ ਹਨ, ਆਗੂ ਪੁਰਖ ਹਨ, ਸਾਡੇ ਜਿਹੜੇ ਮੁਖੀ ਜਜਮਾਨ ਹਨ, ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਦੇ ਆ, ਆਪ ਇਹਨਾਂ ਇੱਕ ਕੰਮ ਕਰੋ, ਚੰਗਾ ਹੋਵੇ ਵੀ ਪਹਿਲਾਂ ਉਹਨਾਂ ਨੂੰ ਆਪਣੀ ਸ਼ਰ੍ਹਾ ਵਿੱਚ ਲੈ ਆਓ। ਜੇਕਰ ਉਹ ਤੁਹਾਡਾ ਇਹ ਧਰਮ ਧਾਰਨ ਕਰ ਲੈਂਦੇ ਹਨ, ਫਿਰ ਸਾਡੇ ਉੱਪਰ ਤਸ਼ੱਦਦ ਕਰਨ ਦੀ, ਇੱਦਾਂ ਜ਼ੋਰ ਜ਼ਬਰਦਸਤੀ ਕਰਨ ਦੀ, ਕਿਸੇ ਨੂੰ ਕਤਲ ਕਰਨ ਦੀ ਤੁਹਾਨੂੰ ਲੋੜ ਨਹੀਂ ਪਵੇਗੀ, ਕਿਉਂਕਿ ਉਹਨਾਂ ਦੇ ਧਰਮ ਧਾਰਨ ਕਰਨ ਦੇ ਨਾਲ ਹੀ ਸਾਡਾ ਸਾਰਾ ਸਨਾਤਨੀ ਸਮਾਜ ਆਪਣੇ ਆਪ ਹੀ ਇਸਲਾਮੀ ਹੋ ਜਾਵੇਗਾ। ਇਸ ਵੇਲੇ ਇਹਨਾਂ ਨੇ ਆਪਣੀ ਉਹ ਸਾਰੀ ਵਿਥਿਆ ਜੋ ਮਹਾਰਾਜ ਨੇ ਇਹਨਾਂ ਨੂੰ ਰਸਤਾ ਵਿਖਾਇਆ ਸੀ ਤੇ ਇਹ ਸਾਰੇ ਇਕੱਤਰ ਹੋ ਕਰਕੇ ਦਿੱਲੀਪੁਰ ਗਏ ਸਨ, ਉਹ ਸਾਰੀ ਵਿਥਿਆ ਇਹਨਾਂ ਨੇ ਇਸ ਵੇਦ ਬਾਦਸ਼ਾਹ ਔਰੰਗਜ਼ੇਬ ਦੇ ਸਨਮੁਖ ਉਹਦੀ ਸਭਾ ਦੇ ਵਿੱਚ ਰੱਖ ਦਿੱਤੀ ਹੈ ਜੀ। ਨਿਜ ਮਤ ਕੋ ਈਮਾਨ ਰਖਾਵੋ। ਨਿਜ ਮਤ ਕੋ ਭਾਵ ਤੁਹਾਡਾ ਵੀ ਧਰਮ ਹੈ, ਇਹਦੇ ਵੀ ਕੁਝ ਅਸੂਲ ਹੋਣਗੇ। ਸੋ ਆਪਣੇ ਧਰਮ ਦੇ ਅਸੂਲਾਂ ਦੇ ਅਨੁਸਾਰ ਜੋ ਕੁਝ ਅਸੀਂ ਕਹਿ ਰਹੇ ਹਾਂ, ਦੂਜੇ ਦੇ ਧਰਮ ਦੇ ਅਸੂਲਾਂ ਦੇ ਵੀ ਨਾਲ ਖਿਆਲ ਰੱਖ ਕੇ ਤੇ ਆਪਣਾ ਇਹ ਕਾਰਜ ਕਰੋ ਜੀ। ਬਹੁਰ ਨਾ ਤੁਮ ਕਿਸ ਕੋ ਕੁਛ ਕਹੀਐ। ਔਰ ਇਸ ਤੋਂ ਬਾਅਦ ਇਸ ਤੋਂ ਦੁਬਾਰਾ ਇਉਂ ਕਹਿ ਲਈਏ ਵੀ ਜੇਕਰ ਸਾਡੇ ਗੁਰੂ ਇਸ ਧਰਮ ਨੂੰ ਪ੍ਰਵਾਨ ਕਰਦੇ ਹਨ ਤੇ ਉਹ ਤੁਰਕ ਹੋ ਜਾਂਦੇ ਹਨ, ਫਿਰ ਤੁਹਾਨੂੰ ਹੋਰ ਕਿਸੇ ਨੂੰ ਕੁਝ ਨਹੀਂ ਕਹਿਣ ਦੀ ਜ਼ਰੂਰਤ ਪੈਣੀ, ਭਾਵ ਬਾਕੀ ਸਮਾਜ ਸਭ ਆਪਣੇ ਆਪ ਹੀ ਇਸ ਧਰਮ ਨੂੰ ਧਾਰਨ ਕਰ ਲਵੇਗਾ। ਬੌਰ ਨਾ ਤੁਮ ਕਿਸ ਕੋ ਕੁਝ ਕਹੀਏ, ਫਿਰ ਇੱਦਾਂ ਹੋਰ ਕਿਸੇ ਤੇ
ਜਿਹੜਾ ਜ਼ੁਲਮੀ ਤਸ਼ੱਦਦ ਹੈ ਉਹ ਨਾ ਕਰੋ ਜੀ। ਬਨੈ ਤੁਰਕ ਹਿੰਦੂ ਸਭ ਲਹੀਐ। ਫਿਰ ਜੋ ਕੁਝ ਤੁਸੀਂ ਆਪ ਚਾਹੁੰਦੇ ਹੋ, ਕਿਉਂਕਿ ਬਾਦਸ਼ਾਹ ਹੀ ਇਹ ਚਾਹੁੰਦਾ ਹੈ ਨਾ, ਉਹਦੇ ਮੁਖੀ ਮੁਲਾਣੇ ਪੈਰੋਕਾਰ ਉਮਰਾਓ ਮੰਤਰੀ ਸੰਤਰੀ ਉਹਨੂੰ ਇਹ ਸਲਾਹਾਂ ਦਿੰਦੇ ਸਨ ਵੀ ਇਸ ਦੇਸ਼ ਵਿੱਚ ਕੇਵਲ ਤੇ ਕੇਵਲ ਇਸਲਾਮੀ ਹੋਣ। ਸੋ ਜੋ ਕੁਝ ਤੁਹਾਡੀ ਸਭਾ ਚਾਹੁੰਦੀ ਹੈ, ਤੁਸੀਂ ਚਾਹੁੰਦੇ ਹੋ, ਉਹ ਸਭ ਕੁਝ ਸਹਿਜੇ ਹੋ ਸਕਦਾ ਹੈ, ਪਰੰਤੂ ਇਹ ਸੰਭਵ ਤਾਂ ਹੈ ਜੇਕਰ ਸਾਡੇ ਮੁਖੀ ਗੁਰੂ ਉਹਨਾਂ ਨੂੰ ਆਪ ਆਪਣੇ ਧਰਮ ਵਿੱਚ ਲੈ ਆਓ। ਸੋ ਇਸ ਵਿਧ ਨਾ ਇਹਨਾਂ ਨੇ ਸਾਰੀ ਵਿਥਿਆ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਆਪਣਾ ਦੁੱਖ ਜਿਹੜਾ ਸੀ ਇਸ ਵਿਧ ਸਾਹਮਣੇ ਰੱਖ ਕਰਕੇ ਸਾਂਝਾ ਕੀਤਾ ਹੈ। ਭਿਖ ਕਰ ਇਮ ਸ੍ਰੀ ਤੇਗ ਬਹਾਦਰ। ਭਿਖ ਕਰ ਭਾਵ ਇਹ ਜੋ ਕੁਝ ਵੀ ਇਹਨਾਂ ਨੇ ਦਿੱਲੀਪੁਰ ਜਾ ਕਰਕੇ ਬਾਦਸ਼ਾਹ ਦੇ ਨਾਲ ਬਾਤ ਸਾਂਝੀ ਕੀਤੀ ਹੈ ਨਾ, ਸਾਰੀ ਸਿੱਖਿਆ ਮਹਾਰਾਜ ਜੀ ਕੀ ਆਪਣੀ ਹੀ ਬਖਸ਼ੀ ਹੋਈ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਕਿਰਪਾ ਕਰਦੇ ਹਨ, ਸਰਾ ਸਰਬ ਮਾਨੈ ਤਬ ਸਾਦਰ। ਤੇ ਕਹਿ ਰਹੇ ਸਨ ਵੀ ਜਿਸ ਵਕਤ ਸਾਡੇ ਮੁਖੀ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਨੂੰ ਧਾਰਨ ਕਰ ਲੈਣਗੇ ਨਾ, ਫਿਰ ਉਹਨਾਂ ਨੂੰ ਵੇਖ ਕਰਕੇ ਅਸੀਂ ਸਾਰੇ ਤੇ ਉਹਨਾਂ ਦੇ ਪਿੱਛੇ ਹਾਂ, ਅਸੀਂ ਤੇ ਉਹਨਾਂ ਦੇ ਸੇਵਕ ਹਾਂ। ਉਹਨਾਂ ਨੂੰ ਵੇਖ ਕਰਕੇ ਅਸੀਂ ਤੇ ਸਹਿਜ ਹੀ ਕਲਮਾ ਪੜ੍ਹ ਲਵਾਂਗੇ, ਸਾਨੂੰ ਆਪਣੇ ਸਿਰ ਨਹੀਂ ਕਟਵਾਉਣੇ ਪੈਣੇ, ਜੰਜੂ ਨਹੀਂ ਉਤਰਨੇ, ਅਸੀਂ ਆਪਣੇ ਆਪ ਹੀ ਇਹ ਸਭ ਪ੍ਰਵਾਨ ਕਰ ਲਵਾਂਗੇ ਜੀ। ਫੇਰ ਨਾ ਫੇਰ ਕਰਗੋ ਕੋਏ। ਫਿਰ ਜਿਵੇਂ ਹੁਣ ਸਭ ਵਿਰੋਧ ਕਰ ਰਹੇ ਹਨ, ਆਪ ਜੀਆਂ ਦੇ ਜਿਹੜੇ ਸੂਬੇਦਾਰ ਨੇ ਉਹਨਾਂ ਨੂੰ ਕਤਲ ਵੀ ਕਰਨਾ ਪੈਂਦਾ, ਹੋਰ ਵੀ ਢੰਗ ਵਰਤਨੇ ਪੈਂਦੇ ਹਨ। ਜੇਕਰ ਸਾਡੇ ਮੁਖੀ ਇਹ ਧਰਮ ਧਾਰਨ ਕਰਦੇ ਹਨ, ਫਿਰ ਬਾਕੀ ਕੋਈ ਮਨਾ ਨਹੀਂ ਕਰੇਗਾ, ਕੋਈ ਨਹੀਂ ਫਿਰੇਗਾ, ਸਭ ਆਪ ਜੀ ਕੇ ਧਰਮ ਨੂੰ ਅਸੀਂ ਧਾਰਨ ਕਰਾਂਗੇ। ਗੁਰ ਕੇ ਮਗ ਹਿੰਦੂ ਸਭ ਹੋਏ। ਗੁਰ ਕੇ ਮਗ ਭਾਵ ਸਤਿਗੁਰੂ ਜੀਆਂ ਤੋਂ ਪਿੱਛੋਂ ਜਿਸ ਵਕਤ ਕੇ ਗੁਰਦੇਵ ਧਰਮ ਨੂੰ ਤਬਦੀਲ ਕਰ ਲੈਣਗੇ ਨਾ, ਭਾਵ ਇਸਲਾਮੀ ਹੋ ਜਾਣਗੇ, ਕਹਿਣ ਦੇ ਲਈ ਹੈ। ਜਿਸ ਵਕਤ ਗੁਰਦੇਵ ਇਸਲਾਮੀ ਹੋ ਜਾਣਗੇ, ਫਿਰ ਅਸੀਂ ਸਾਰਾ ਸਮਾਜ ਮਹਾਰਾਜ ਜੀ ਕੇ ਪਿੱਛੇ ਆਪ ਹੀ ਆਪਣਾ ਧਰਮ ਤਬਦੀਲ ਕਰ ਲਵਾਂਗੇ ਜੀ। ਪੁਨ ਹਮ ਸਭ ਕੀ ਗਿਣਤੀ ਕਹਾਂ। ਫਿਰ ਸਾਡੀ ਤੇ ਗਿਣਤੀ ਕੀ ਹੈ, ਕਿਉਂਕਿ ਕਿਸੇ ਵੀ ਧਰਮ ਦਾ ਜਿਸ ਵਕਤ ਆਗੂ ਹੀ ਆਪਣਾ ਧਰਮ ਤਬਦੀਲ ਕਰ ਲਵੇ, ਫਿਰ ਉਹ ਸਾਰਾ ਸਮਾਜ ਆਪਣੇ ਆਪ ਹੀ ਤਬਦੀਲ ਹੋ ਜਾਂਦਾ ਹੈ। ਸੋ ਫਿਰ ਸਾਡੀ ਗਿਣਤੀ ਕੀ ਹੈ, ਬਾਦਸ਼ਾਹ ਸਾਨੂੰ ਮਾਰਨ ਦੀ, ਲਿਤਾੜਨ ਦੀ, ਖਤਮ ਕਰਨ ਦੀ ਤੈਨੂੰ ਲੋੜ ਨਹੀਂ ਪਵੇਗੀ, ਤੇਰੀਆਂ ਫੌਜਾਂ ਨੂੰ ਇੰਨਾ ਕਸ਼ਟ, ਤੇਰੇ ਸੂਬੇਦਾਰਾਂ ਨੂੰ ਐਡੀ ਮੁਸ਼ਕਲ ਨਹੀਂ ਹੋਵੇਗੀ। ਪਰ ਹਾਂ, ਉਹਦੇ ਲਈ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਵੀ ਜੇ ਤੂੰ ਸਾਡੀ ਇਹ ਗੱਲ ਨੂੰ ਮੰਨ ਲਵੇਂ ਤਾਂ ਜੀ। ਵਿਪਰ ਜੀਵਕਾ ਬਸ ਜੈ ਕਹਾਂ। ਕਿਉਂਕਿ ਅਸੀਂ ਤੇ ਸਭ ਉਹਨਾਂ ਦੇ ਅਧੀਨ ਹਾਂ, ਹੋਰ ਸਾਡੇ ਕੋਲ ਕੋਈ ਕਿੱਤਾ ਕਾਰੋਬਾਰ ਆਦਿਕ ਨਹੀਂ ਹੈ, ਹੋਰ ਕੋਈ ਆਸਰਾ ਨਹੀਂ ਹੈ। ਜਿਵੇਂ ਉਹ ਹੁਕਮ ਕਰਨਗੇ, ਜੇਕਰ ਸਾਡੇ ਜਜ਼ਮਾਨ ਸਾਨੂੰ ਕਹਿ ਦਿੰਦੇ ਹਨ, ਤੇ ਫਿਰ ਸਾਡੇ ਲਈ ਧਰਮ ਤਬਦੀਲ ਕਰਨਾ ਕੋਈ ਮੁਸ਼ਕਲ ਬਾਤ ਨਹੀਂ ਹੈ ਜੀ। ਬਿਨਾ ਜੋਰ ਤੇ ਬਿਨਾ ਬਣਾਏ। ਤੇ ਨਾਲ ਇਹ ਵੀ ਮਸ਼ਵਰਾ ਦੇ ਦਿੱਤਾ ਵੀ ਤੁਹਾਡੇ ਲਈ ਵੀ ਇਹ ਕੰਮ ਬਹੁਤ ਸੌਖਾ ਹੈ। ਬਾਦਸ਼ਾਹ ਦਿਸਬਰਾਂ ਨੇ ਵੀ ਕਹਿ ਦਿੱਤਾ, ਜਿਹੜੇ ਮੁਖੀ ਪਹੁੰਚੇ ਸਨ, ਵੀ ਤੁਹਾਡੇ ਲਈ ਵੀ ਇਹ ਕੋਈ ਔਖਾ ਨਹੀਂ ਹੈ, ਕਿਉਂਕਿ ਕਿੱਥੇ ਤੁਸੀਂ ਸਾਰੇ ਹਿੰਦੁਸਤਾਨ ਦੇ ਮਨੁੱਖਾਂ ਨਾਲ, ਦਿਸਬਰਾਂ ਨਾਲ ਲੜੋਗੇ, ਕਿੱਥੇ ਇੱਕ ਹੀ ਮਨੁੱਖ ਦਾ ਧਰਮ ਤਬਦੀਲ ਕਰਵਾਉਣਾ, ਬਾਕੀ ਸਾਰੇ ਆਪਣੇ ਆਪ ਹੀ ਕਰ ਲੈਣਗੇ। ਸੋ ਬਿਨਾਂ ਜ਼ੋਰ ਤੇ ਕੋਈ ਵੱਡਾ ਜ਼ੋਰ ਲਾਉਣ ਵਾਲੀ ਗੱਲ ਨਹੀਂ ਹੈ। ਹਾਲਾਂਕਿ ਔਰੰਗਜ਼ੇਬ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਵੀ ਜਿੰਨਾ ਜ਼ੋਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਧਰਮ ਤਬਦੀਲ ਕਰਵਾਉਣ ਵਿੱਚ ਮੇਰਾ ਲੱਗੇਗਾ, ਉਹਨਾਂ ਸਾਰੇ ਹਿੰਦੁਸਤਾਨ ਵਿੱਚ ਨਹੀਂ ਲੱਗਣਾ। ਇੰਨਾ ਜ਼ੋਰ ਲਾ ਕੇ ਵੀ ਉਹ ਆਪਣੇ ਕਾਰਜ ਵਿੱਚ ਸਫਲ ਨਹੀਂ ਹੋ ਸਕਿਆ ਸੀ। ਸੋ ਇਸ ਵਿੱਚ ਬਿਨਾਂ ਜ਼ੋਰ ਤੇ ਬਿਨਾਂ ਬਣਾਏ ਇਹ ਤੇ ਕਾਰਜ ਹੀ ਬਹੁਤ ਸੌਖਾ ਤੁਹਾਡੇ ਲਈ, ਜੇਕਰ ਤੁਸੀਂ ਸਹੀ ਢੰਗ ਨਾਲ ਇਸ ਨੂੰ ਕਰੋ ਤੇ। ਬਨੈ ਤੁਰਕ ਹਿੰਦੂ ਸਮੁਦਾਏ। ਸਾਰਾ ਹਿੰਦੂ ਸਮੁਦਾਇ ਜਿਹੜਾ ਹੈ ਉਹ ਆਪਣੇ ਆਪ ਤੁਰਕ ਹੋ ਸਕਦਾ ਹੈ ਜੀ। ਜਹਾਂ ਏਕ ਤੇ ਕਾਰਜ ਹੋਏ। ਤੇ ਨਾਲ ਕਹਿਣ ਲੱਗੇ ਜਿਹੜਾ ਕਾਰਜ ਇੱਕ ਦੇ ਧਰਮ ਤਬਦੀਲ ਕੀਤਿਆਂ ਸਾਰਾ ਮੁਕੰਮਲ ਹੋ ਜਾਂਦਾ ਹੋਵੇ, ਉਹਦੇ ਲਈ ਫਿਰ ਬਾਕੀ ਦਿਆਂ ਨਾਲ ਲੜਨਾ ਝਗੜਨਾ ਕਿਉਂ। ਜਾਂ ਇੱਕ ਤੇ ਕਾਰਜ ਹੋਏ। ਸੋ ਇਹ ਕਾਰਜ ਜੇਕਰ ਆਪ ਕਰੋ ਤੇ ਇਹ ਤੁਹਾਡੇ ਲਈ ਵੀ ਸੌਖਾ ਹੈ, ਤੇ ਸਾਡੀ ਵੀ ਜਿਹੜੀ ਜਾਨ ਹੈ ਉਹ ਬਚ ਸਕਦੀ ਹੈ ਜੀ। ਬੋਕੋ ਕਸ਼ਟ ਨਾ ਦਹਿ ਕੋਏ। ਫਿਰ ਜਿਹੜੇ ਬਾਕੀ ਬਚਦੇ ਹਨ, ਭਾਵ ਉਹ ਸਮਾਜ ਦੇ ਜਿਹੜੇ ਆਮ ਮਨੁੱਖ ਹਨ, ਉਸ ਧਰਮ ਦੇ ਜਿਹੜੇ ਧਾਰਨੀ ਹਨ, ਫਿਰ ਉਹਨਾਂ ਨੂੰ ਕਸ਼ਟ ਨਹੀਂ ਦੇਣਾ ਪਿਆ ਕਰਦਾ। ਭਾਵ ਉਹ ਜਿਹੜੇ ਉਸ ਕਸ਼ਟ ਤੋਂ, ਉਸ ਦੁੱਖ ਤੋਂ ਬਚ ਜਾਂਦੇ ਹਨ, ਜੇਕਰ ਮੁਖੀ ਆਗੂ ਹੀ, ਮੁਖੀ ਜਿਹੜਾ ਪੈਰੋਕਾਰ ਹੈ ਉਸ ਧਰਮ ਦਾ, ਉਹ ਉਸ ਧਰਮ ਨੂੰ ਆਪਣੇ ਆਪ ਹੀ ਅਪਣਾ ਲਵੇ, ਜਾਂ ਬਾਦਸ਼ਾਹ ਉਹ ਮੁਖੀ ਨੂੰ ਆਪਣੇ ਧਰਮ ਵਿੱਚ ਲੈ ਆਵੇ। ਸੋ ਇਸ ਵਿਧ ਨਾਲ ਜਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਰਾਂ ਨੇ ਇਹ ਸਿੱਖਿਆ ਦਿੱਤੀ ਸੀ ਇਹਨਾਂ ਨੂੰ, ਉਸੇ ਸਿੱਖਿਆ ਦੇ ਅਧੀਨ ਹੀ ਇਹ ਸਭ ਇਕੱਤਰ ਹੋ ਕਰਕੇ ਬਾਦਸ਼ਾਹ ਔਰੰਗਜ਼ੇਬ ਤੱਕ ਪਹੁੰਚੇ ਹਨ।
ਔਰੰਗਜ਼ੇਬ ਦੀ ਸਭਾ ਲੱਗੀ, ਉਹਦੇ ਵਿੱਚ ਜਾ ਕਰਕੇ ਇਹਨਾਂ ਨੇ ਆਪਣੀ ਸਾਰੀ ਵਾਰਤਾ ਰੱਖੀ ਹੈ। ਇਸ ਤੋਂ ਅੱਗੇ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ ਉਹ ਵੀ ਸੋਚਦਾ ਹੈ ਵੀ ਕਿੱਥੇ ਇੰਨਾ ਵੱਡਾ ਹਿੰਦੁਸਤਾਨ ਤੇ ਵੱਖ-ਵੱਖ ਸੂਬੇਦਾਰ ਵੱਖ-ਵੱਖ ਦੀ ਅੱਗੇ ਫਿਰ ਜਿਵੇਂ ਜਿਵੇਂ ਉਹ ਧਰਮ ਤਬਦੀਲ ਕਰਵਾਉਣਗੇ, ਉਹ ਜੋ ਕੁਝ ਵੀ ਹੋਵੇਗਾ ਉਹਦੇ ਨਾਲ ਨਜਿੱਠਣਾ, ਤੇ ਕਿੱਥੇ ਇੱਕ ਨੂੰ ਹੀ ਧਰਮ ਤਬਦੀਲ ਕਰਵਾ ਕੇ ਸਾਰੇ ਹਿੰਦੁਸਤਾਨ ਦੇ ਸਨਾਤਨੀ ਮੱਤ ਵਾਲਿਆਂ ਨੂੰ ਧਰਮ ਤਬਦੀਲ ਕਰਵਾ ਲੈਣਾ। ਉਹਨੇ ਇਸ ਕਾਰਜ ਨੂੰ ਬਹੁਤ ਸੌਖਾ ਸਮਝਿਆ, ਕਿਉਂਕਿ ਉਹ ਰਾਜ ਸੱਤਾ ਦੇ ਨਸ਼ੇ ਅੰਦਰ ਮਸਤਿਆ ਹੋਇਆ ਸੀ। ਉਹਨੂੰ ਪਤਾ ਨਹੀਂ ਸੀ ਕਿ ਜਿਨ੍ਹਾਂ ਦਾ ਇਹ ਨਾਮ ਲੈ ਰਹੇ ਹਨ ਉਹ ਐਸੀ ਬਖਸ਼ਿਸ਼ ਦੇ ਮਾਲਕ ਹਨ ਵੀ ਤੇਰੇ ਰਾਜ ਦੇ ਤਖਤ ਦੇ ਸਾਰੇ ਪਾਵੇ ਹਿਲਾ ਦੇਣਗੇ। ਸੋ ਇਸ ਵੇਲੇ ਜਿਵੇਂ ਫਿਰ ਉਹਨੇ ਅੱਗੇ ਯਤਨ ਕੀਤਾ, ਉਹ ਜਿਹੜੀਆਂ ਵਿਚਾਰਾਂ ਨੇ ਇਸੇ ਪ੍ਰਸੰਗ ਵਿੱਚ ਅੱਗੇ ਨੇ। ਹੁਣ ਸਮਾਂ ਹੋ ਚੁੱਕਿਆ, ਰਹਿੰਦੀਆਂ ਜਿਹੜੀਆਂ ਵਿਚਾਰਾਂ ਨੇ ਇਹਨਾਂ ਸਮਿਆਂ ਦੇ ਦੌਰਾਨ ਹੀ ਆਪ ਸੰਗਤਾਂ ਦੇ ਨਾਲ ਕੱਲ੍ਹ ਨੂੰ ਵਿਸਤਾਰ ਸਹਿਤ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਜਿਵੇਂ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੇ ਅਗਲੇ ਹੁਕਮ ਦਿੱਤੇ ਸਨ, ਤੇ ਜਿਵੇਂ ਸਤਿਗੁਰੂ ਜੀ ਕੀ ਗ੍ਰਿਫਤਾਰੀ ਦੇ ਲਈ ਉਸਨੇ ਆਪਣੇ ਜਿਹੜੇ ਸਿਪਾਹੀ ਆਦਿਕ ਹਨ ਰਾਜੇ, ਉਹਨਾਂ ਨੂੰ ਭੇਜਿਆ। ਸੋ ਭਾਈ ਸਾਹਿਬ ਜੀ ਹੋਰਾਂ ਨੇ ਆਪਣੀ ਇਸ ਰਚਨਾ ਵਿੱਚ ਬੜੇ ਵਿਸਤਾਰ ਸਹਿਤ ਤੇ ਸਾਰੀ ਘਟਨਾ ਅੰਕਿਤ ਕੀਤੀ ਹੈ। ਅੱਜ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇਤਿਹਾਸ ਵਾਚਦਿਆਂ ਬੇਨ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਰਹਿੰਦੀਆਂ ਹਨ, ਮੱਤ ਛੋਟੀ ਹੈ, ਅਣਜਾਣ ਸਮਝ ਕਰ ਆਪ ਸੰਗਤ ਗੁਰਦੇਵ ਬਖਸ਼ ਲੈਣ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਅੱਜ ਸਮਾਪਤੀ ਹੈ ਜੀ। ਜਹਾਂ ਏਕ ਤੇ ਕਾਰਜ ਹੋਏ, ਬਹੁ ਕੋ ਕਸ਼ਟ ਨ ਦੇਹਿ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ